questions you just want to... Yes, ma'am, your session is live and recording has started. So, ma'am, you can continue. Thank you. So, my dear masters and my dear friends, ਤੁਹਾਨੂੰ ਸਾਰਿਆਂ ਨੂੰ ਪਿਆਰ ਵਾਲੀ ਸਤਿ ਸ੍ਰੀ ਅਕਾਲ। ਅਸੀਂ ਪਿਛਲੇ ਹਫਤੇ ਜਿਹੜਾ ਅਸੀਂ ਪੜ੍ਹਿਆ ਸੀਗਾ 4th ਵੀਕ ਦੇ ਵਿੱਚ, ਉਹ ਸੀਗਾ ਕਿ ਸਪੀਕਿੰਗ ਆਊਟ ਯੂਨੀਵਰਸਲ ਟਰੁੱਥ। ਜਿਹੜਾ ਯੂਨੀਵਰਸਲ ਟਰੁੱਥ ਹੈ, ਇਸ ਦੇ ਬਾਰੇ ਅਸੀਂ ਜਾਣਿਆ ਸੀਗਾ। ਆਈ ਹੋਪ ਸਭ ਨੂੰ ਆਪਣੀ ਜਿਹੜੀਆਂ ਸਟੇਟਮੈਂਟਸ ਨੇ, ਜਿਹੜੀਆਂ ਉਹਨਾਂ ਨੇ ਆਪਣੇ ਕੁਆਇਟ ਪੀਰੀਅਡ ਦੇ ਵਿੱਚ ਜਿਹੜਾ ਸਾਇਲੈਂਸ ਟਾਈਮ ਸੀਗਾ, ਉਹਨਾਂ ਨੇ ਤੁਸੀਂ ਸਭ ਨੇ ਕੀਤੀਆਂ ਹੋਣਗੀਆਂ ਔਰ ਤੁਹਾਨੂੰ ਆਪਣੀਆਂ ਸਟੇਟਮੈਂਟਸ ਮਿਲ ਵੀ ਗਈਆਂ ਹੋਣਗੀਆਂ, ਹੈ ਨਾ। ਔਰ ਉਹਨਾਂ ਨੂੰ ਤੁਸੀਂ ਉੱਚਾ ਬੋਲ ਵੀ ਲਿਆ ਹੋਏਗਾ, ਐਸੀ ਸਮਝ ਲਿਆ ਸੀ ਪਿਛਲੇ ਹਫਤੇ। ਯੂ ਵਾਂਟ, ਤੂੰ ਚਾਹਨੀ ਹੈ ਕਿ ਮੈਂ ਸਾਰਾ ਕੁਝ ਮਤਲਬ ਰਿਵਾਈਜ਼ ਕਰਾਂ ਪਿਛਲਾ ਪੂਰਾ ਚੈਪਟਰ? No, only week 4, ma'am. Only week 4. Okay. तो ਜਿਹੜਾ 4th ਵੀਕ ਪਿਛਲੇ ਹਫਤੇ ਜਿਹੜੀ ਸੀਗੀ, ਅਸੀਂ ਆਪਣੀ ਇਹ ਸਿੱਖਿਆ ਸੀਗਾ, ਇੱਕ ਪਾਥਵੇ ਅਸੀਂ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਪਾਥਵੇ ਹਾਇਰ ਸੈਲਫ ਨਾਲ ਕਿਸ ਤਰ੍ਹਾਂ ਬਣੇਗਾ, ਜਿਹਦੇ ਨਾਲ ਅਸੀਂ ਸਿੱਖ ਰਹੇ ਸੀਗੇ ਕਿ ਜਿਹੜੇ ਚੈਨਲਿੰਗ ਕਿਸ ਤਰ੍ਹਾਂ ਹੋ ਰਹੀ, ਮਤਲਬ ਜਿਹੜਾ ਰਸਤਾ ਬਣ ਰਿਹਾ ਉਹ ਸਾਡਾ ਡਾਇਰੈਕਟ ਸਾਨੂੰ ਪਤਾ ਚੱਲੇ ਕਿ ਹਾਇਰ ਸੈਲਫ ਤੋਂ ਹੀ ਚੀਜ਼ਾਂ ਆ ਰਹੀਆਂ ਨੇ। ਲੋਅਰ ਸੈਲਫ ਦੀਆਂ ਚੀਜ਼ਾਂ ਕਿਉਂਕਿ ਅਗਰ ਆ ਰਹੀਆਂ ਨੇ ਤੇ ਅਸੀਂ ਉਹਨਾਂ ਨੂੰ ਅਵੋਇਡ ਕਰਨਾ ਸਿੱਖੀਏ, ਉਹਨਾਂ ਦੇ ਬਾਰੇ ਅਸੀਂ ਜ਼ਿਆਦਾ ਧਿਆਨ ਨਾ ਦਈਏ। ਇਸ ਪਿੱਛੇ ਅਸੀਂ ਕੁਝ ਟੂਲਸ ਔਰ ਕੁਝ ਪ੍ਰੈਕਟਿਸ ਸਿੱਖੀ ਸੀਗੀ। ਜਿਹੜੀ ਇੱਕ ਪ੍ਰੈਕਟਿਸ ਅਸੀਂ ਕੀਤੀ ਸੀਗੀ ਕਿ ਅਸੀਂ ਚੁੱਪ ਕਰਕੇ ਬੈਠਣਾ ਸੀ ਔਰ ਆਪਣੇ ਹਾਇਰ ਸੈਲਫ ਦੇ ਨਾਲ ਉਹ ਜਿਹੜੀ ਪ੍ਰੈਕਟਿਸ ਆਪਣੇ ਹਾਰਟ ਦੇ ਵਿੱਚ ਜਾਣਾ, ਹਾਰਟ ਦੇ ਵਿੱਚ ਉਸ ਲਵ ਐਨਰਜੀ ਨੂੰ ਫੀਲ ਕਰਨਾ, ਉਸ ਐਨਰਜੀ ਨੂੰ ਬਾਹਰ ਸੈਂਡ ਕਰਨਾ, ਇਹ ਤਾਂ ਅਸੀਂ ਕਰਨਾ ਹੀ ਕਰਨਾ ਸੀ। ਇਸ ਤੋਂ ਇਲਾਵਾ ਅਸੀਂ ਕੀ ਕਰਨਾ ਸੀ, ਆਪਣੇ ਬੈਠਣਾ ਸੀ ਔਰ ਸਿਗਨਲ ਦੀ ਡਿਮਾਂਡ ਕਰਨੀ ਸੀ ਆਪਣੇ ਹਾਇਰ ਸੈਲਫ ਕੋਲੋਂ ਕਿ ਮੈਨੂੰ ਸਿਗਨਲ ਦਿਓ ਬੋਡੀ ਦੇ ਲੈਵਲ ਦੇ ਉੱਤੇ, ਤਾਂ ਕਿ ਮੈਨੂੰ ਪਤਾ ਚੱਲੇ ਕਿ ਜੋ ਵੀ ਚੀਜ਼ ਆ ਰਹੀ ਹੈ ਉਹ ਹਾਇਰ ਸੈਲਫ ਤੋਂ ਆ ਰਹੀ ਹੈ। ਔਰ ਇਹਦੇ ਲਈ ਮੈਂ ਕੀ ਕਰਨਾ ਸੀਗਾ ਕਿ ਜਿਹੜੇ ਮੈਨੂੰ ਆਣਗੇ ਤੋਂ ਵਿਚਾਰ ਹੀ ਨਾ, ਇਸ ਟਾਈਮ ਦੇ ਉੱਤੇ ਮੈਂ ਉਹਨਾਂ ਵਿਚਾਰਾਂ ਨੂੰ ਪਕੜਨਾ ਸੀ ਜਿਹੜੇ ਕਿ ਯੂਨੀਵਰਸਲ ਟਰੁੱਥ ਹੋਣਗੇ, ਯੂਨੀਵਰਸਲ ਲਾਜ਼ ਹੋਣਗੇ। ਜਿਸ ਤਰ੍ਹਾਂ ਮੈਂ ਕੁਝ ਆਪਣੇ ਵੀ ਐਗਜ਼ਾਮਪਲ ਦਿੱਤੇ ਸੀ, ਦ੍ਰੋਪਦੀ ਵਾਲੀ ਗੱਲ ਕਰਕੇ, ਜਾਂ ਸੂਰਜ ਜਿਸ ਤਰ੍ਹਾਂ ਇੱਕੋ ਹੀ ਹੈ, ਇਸ ਇੱਥੇ ਵੀ ਇੱਕੋ ਹੀ ਹੈ, ਕਿਸੇ ਵੀ ਸੰਸਾਰ ਦੇ ਵਿੱਚ ਚਲੇ ਜਾਈਏ ਇੱਕੋ ਹੀ ਹੈ। ਆਂਸੂ ਹੈ, ਆਂਸੂ ਦੀ ਜ਼ੁਬਾਨ ਹੈ, ਉਹ ਇੱਕੋ ਹੀ ਹੈ, ਚਾਹੇ ਮੈਂ ਇੰਡੀਆ 'ਚ ਬੈਠ ਕੇ ਰਹਾਂ, ਚਾਹੇ ਮੈਂ ਬਾਹਰ ਜਾ ਕੇ ਕਿਤੇ ਵੀ ਰਹਾਂ, ਆਂਸੂ ਇੱਕੋ ਹੀ ਕਹਾਣੀ ਕਹਿੰਦੇ ਨੇ। ਆਂਸੂ ਵੱਖਰੇ ਨੇ ਕਿ ਖੁਸ਼ੀ ਦੇ ਆਂਸੂ ਵੀ ਹੁੰਦੇ ਨੇ ਔਰ ਦੁੱਖ ਦੇ ਵਿੱਚ ਵੀ ਆਂਸੂ ਆਉਂਦੇ ਨੇ, ਲੇਕਿਨ ਖੁਸ਼ੀ ਵਾਲੇ ਆਂਸੂ ਵੀ ਸਾਹਮਣੇ ਵਾਲਾ ਬੰਦਾ ਤੁਰੰਤ ਪਹਿਚਾਨ ਜਾਂਦਾ, ਹੰਸੀ ਵਾਲੇ ਜਿਹੜੇ ਦੁੱਖ ਵਾਲੇ ਆਂਸੂ ਨੇ ਉਹ ਵੀ ਅਸੀਂ ਪਹਿਚਾਨ ਜਾਂਦੇ ਹਾਂ। ਤਾਂ ਇੱਕੋ ਹੀ ਲੈਂਗੁਏਜ ਹੁੰਦੀ ਹੈ। ਇਹੋ ਜਿਹੀਆਂ ਕੁਝ ਸੱਚਾਈਆਂ ਜਿਹੜੀਆਂ ਯੂਨੀਵਰਸਲ ਟਰੁੱਥ ਨੇ, ਜਿਨ੍ਹਾਂ ਨੂੰ ਅਸੀਂ ਇਨਕਾਰ ਨਹੀਂ ਕਰ ਸਕਦੇ, ਇਹੋ ਜਿਹੇ ਕੁਝ ਸਾਨੂੰ ਸਟੇਟਮੈਂਟਸ ਉਸ ਟਾਈਮ ਦੇ ਉੱਤੇ, ਜਦੋਂ ਸਾਡਾ ਸਾਇਲੈਂਟ ਪੀਰੀਅਡ ਹੋਏਗਾ, ਸਾਨੂੰ ਉਸ ਟਾਈਮ ਦੇ ਉੱਤੇ ਮਿਲਣ ਵਾਲੀਆਂ ਸੀ, ਜਿਨ੍ਹਾਂ ਨੂੰ ਅਸੀਂ ਕੈਚ ਕਰਨਾ ਸੀ। ਉਹ ਇਸ ਪਿੱਛੇ ਕੈਚ ਕਰਨਾ ਸੀ ਤਾਂ ਕਿ ਸਾਨੂੰ ਜਿਹੜੇ ਅੱਜ ਤੱਕ ਆਦਤ ਪਈ ਦੀ ਨਾ ਲੋਅਰ ਫ੍ਰੀਕੁਐਂਸੀ ਦੇ ਵਿੱਚ ਜਾਣਾ ਔਰ ਬੇਹੋਸ਼ੀ ਦੇ ਵਿੱਚ, ਉਹਦੇ ਨਾਲ ਉਹਨਾਂ ਉਸ ਫ੍ਰੀਕੁਐਂਸੀ ਦੀ ਬੈਠ ਕੇ ਉਹਨਾਂ ਦੀਆਂ ਗੱਲਾਂ ਨੂੰ ਸੁਣਨਾ ਔਰ ਉਹਨਾਂ ਦੀਆਂ ਗੱਲਾਂ ਨੂੰ ਹੀ ਬੋਲਣਾ, ਤਾਂ ਕਿ ਅਸੀਂ ਇਹ ਜਿਹੜੀ ਸਾਡੀ ਹੈਬਿਟ ਹੈ ਇਸ ਨੂੰ ਅਸੀਂ ਬ੍ਰੇਕ ਕਰ ਸਕੀਏ। ਇਸ ਕਰਕੇ ਅਸੀਂ ਸਿਰਫ ਯੂਨੀਵਰਸਲ ਟਰੁੱਥ ਦੇ ਬਾਰੇ ਹੀ ਸਟੇਟਮੈਂਟਸ ਲੈਣੀਆਂ ਸੀ ਔਰ ਉਹ ਸਟੇਟਮੈਂਟ ਇਹੋ ਜਿਹੀਆਂ ਹੋਣ ਵਾਲੀਆਂ ਸੀਗੀਆਂ ਜਿਹੜੀਆਂ ਕਿ ਮੇਰੀ ਅੱਜ ਜੋ ਮੇਰਾ ਹੁਣ ਪ੍ਰੈਜ਼ੈਂਟ ਟਾਈਮ ਦੇ ਵਿੱਚ ਜੋ ਮੇਰੀ ਲਾਈਫ ਚੱਲ ਰਹੀ ਹੈ ਉਹਦੇ ਲਈ ਉਹ ਰੈਲੀਵੈਂਟ ਨੇ, ਉਹ ਜ਼ਰੂਰੀ ਨੇ। ਔਰ ਫਿਰ ਮੈਂ ਦਿਨ ਭਰ ਬੈਠ ਕੇ ਉਹਨਾਂ ਨੂੰ ਸੋਚਣਾ ਸੀਗਾ ਕਿ ਇਹ ਜੋ ਸਟੇਟਮੈਂਟ ਮੈਨੂੰ ਮੇਰੇ ਸਾਇਲੈਂਟ ਟਾਈਮ ਦੇ ਵਿੱਚ, ਜਿਹੜਾ ਮੈਂ 15 ਮਿੰਟ ਦਾ ਆਪਣੇ ਆਪ ਨੂੰ ਮੌਨ ਟਾਈਮ ਦਿੱਤਾ ਹੋਇਆ, ਜਿਹਦੇ 'ਚ ਮੈਂ ਮੌਨ ਬੈਠ ਕੇ ਆਪਣੇ ਅੰਦਰ ਡੀਪ ਗਈ ਹਾਂ, ਇਨਰ ਯਾਤਰਾ ਜਦੋਂ ਮੈਂ ਕੀਤੀ ਹੈ, ਇਨਰ ਜਰਨੀ ਆਪਣੀ, ਉਹ ਜਿਹੜੀ ਮੈਨੂੰ ਸਟੇਟਮੈਂਟ ਮਿਲੀ ਹੈ, ਉਹ ਸਟੇਟਮੈਂਟ ਦੇ ਹਿਸਾਬ ਨਾਲ ਮੈਨੂੰ ਆਪਣੇ ਅੰਦਰ ਕਿਹੜੇ ਚੇਂਜਸ ਕਰਨੇ ਨੇ, ਆਪਣੇ ਵਿਵਹਾਰ ਦੇ ਵਿੱਚ, ਆਪਣੇ ਐਟੀਟਿਊਡ ਦੇ ਵਿੱਚ, ਆਪਣੇ ਦ੍ਰਿਸ਼ਟੀਕੋਣ ਦੇ ਵਿੱਚ, ਉਹ ਸਾਰੇ ਚੇਂਜਸ ਫਿਰ ਮੈਂ ਉਹਨਾਂ ਦੇ ਉੱਤੇ ਮੈਂ ਮਨਨ ਵੀ ਕਰਨਾ ਸੀ ਔਰ ਮਨਨ ਕਰਦੇ ਕਰਦੇ ਇੱਕ ਲਿਸਟ ਬਣਾ ਲੈਣੀ ਸੀ ਜਿਨ੍ਹਾਂ ਨੂੰ ਮੈਂ ਚੇਂਜ ਕਰਨਾ ਸੀ ਔਰ ਜਿੱਥੇ ਜਿੱਥੇ ਚੇਂਜਸ ਦੀ ਜ਼ਰੂਰਤ ਹੈ ਉਹਨਾਂ ਨੂੰ ਮੈਂ ਚੇਂਜ ਕਰ ਲੈਣਾ ਸੀ। ਇਹਦੇ ਨਾਲ ਹੋਣਾ ਕੀ ਸੀ ਕਿ ਜਿਹੜਾ ਮੇਰਾ ਪਾਥਵੇ ਹੈ, ਜਿਹੜਾ ਮੇਰਾ ਰਸਤਾ ਹੈ ਯੂਨੀਵਰਸਲ ਮਤਲਬ ਹਾਇਰ ਸੈਲਫ ਦੇ ਨਾਲ, ਮੇਰਾ ਲਿੰਕ ਜਿਹੜਾ ਮੇਰਾ ਜੋੜ ਹੈ ਉਹ ਬਰਾਬਰ ਕਲੀਅਰ ਹੋ ਜਾਏਗਾ। ਇਹ ਪ੍ਰੈਕਟਿਸ ਕਰਦੇ 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 ਮੈਨੂੰ ਉਸ ਰਸਤੇ ਦਾ ਪਤਾ ਚੱਲ ਜਾਏਗਾ ਕਿ ਯੈਸ,
ਹਾਇਰ ਸੈਲਫ ਇਸ ਤਰੀਕੇ ਦੇ ਨਾਲ ਮੇਰੇ ਚੀਜ਼ਾਂ ਮੇਰੇ ਨਾਲ ਗੱਲ ਕਰਨ, ਯਾਨੀ ਕਿ ਕਮਿਊਨੀਕੇਟ ਕਰ ਰਿਹਾ। ਜਦੋਂ ਮੈਂ ਹਾਇਰ ਸੈਲਫ ਦੀਆਂ ਚੀਜ਼ਾਂ ਮੇਰੇ ਕੋਲ ਆ ਰਹੀਆਂ ਨੇ, ਉਹਦੇ ਥਾਟ ਆ ਰਹੇ ਨੇ, ਤੇ ਉਹਦਾ ਇਹ ਪ੍ਰੋਸੈਸ ਹੈ, ਇਹ ਰਸਤਾ ਹੈ ਉਹਦਾ, ਇਹ ਮੈਨੂੰ ਕਲੈਰਿਟੀ ਮਿਲਣ ਵਾਸਤੇ ਅਸੀਂ ਪੂਰੇ ਹਫਤੇ ਪ੍ਰੈਕਟਿਸ ਕੀਤੀ। ਤਾਂ ਅਸੀਂ ਜ਼ਰੂਰ ਕੀਤੀ ਹੋਏਗੀ, ਪ੍ਰੈਕਟਿਸ ਕੀਤੀ ਸੀ ਅਸੀਂ ਸਭ ਨੇ ਇਸ ਚੀਜ਼ ਦੇ ਉੱਤੇ, ਹੈ ਨਾ। तो सानू स्टेटमेंट्स भी मिलियां होंगियां, है ना, डेफिनेटली, क्योंकि यह तो प्रोसीजर है, जिन्नी प्रैक्टिस करांगे। और जिस तरह मैं क्या है कि प्रैक्टिस मेक्स अ मैन परफेक्ट, मैं नहीं क्या, ये भी यूनिवर्सल ट्रुथ है कि जिन्नी प्रैक्टिस करांगे साडे जीवन विच ओह जिहियां चीज़ां आउणगियां। हुण अज जिहड़ा असीं गल करन वाले हां, ओह असीं की कर रहे हां, डीलिंग विद द अनइनवाइटेड इन्फ्लुएंसेस, जिन्हों अनइनवाइटेड इन्फ्लुएंस यानी अवांछित प्रभाव, जिन्हों असी मेरे लिए मतलब ईजी की हो जाता, जो मैं अनवांटेड गैसट करनी है तो मेरे लिए ज्यादा ईजी हो जाता है अनवांटेड गैसट कहना उसके लिए। तो मैं उन्होंने अनवांटेड गैसट कह के उन्होंने गलबात कर रही हूँ, मतलब मेरा कहने का तरीका उन्होंने अनवांटेड गैसट ने, एक्चुअली वो अवांछित प्रभाव ने और या इंप्रैशंस जिहड़े साडे उत्ते पै जांदे ने ना, कोई घटना हुई, कोई इंप्रैशन, कोई छाप साडे उत्ते दिल और दिमाग दे उत्ते छुट जाती है, उस छाप दे बारे ਅੱਜ ਅਸੀਂ ਹੋਰ ਡਿਟੇਲ ਦੇ ਵਿੱਚ ਸਮਝਣ ਵਾਲੇ ਹਾਂ। ਇੰਨਾ ਤਾਂ ਅਸੀਂ ਆਪਣੀ ਯਾਤਰਾ ਦੇ ਵਿੱਚ ਸਮਝ ਹੀ ਗਏ ਹੋਵਾਂਗੇ ਕਿ ਆਪਣੇ ਆਪ ਨੂੰ ਇਹ ਜਿਹੜੇ ਅਨਵਾਂਟਡ ਗੈਸਟ ਨੇ ਇਹਨਾਂ ਤੋਂ ਫ੍ਰੀ ਰੱਖਣਾ, ਬਈ ਅਨਵਾਂਟਡ ਗੈਸਟ ਮੇਰੇ ਘਰ ਨਾ ਆ ਜਾਣ, ਆਪਣੇ ਆਪ ਨੂੰ ਫ੍ਰੀ ਰੱਖਣਾ ਕਿਤਨਾ ਜ਼ਰੂਰੀ ਹੈ, ਇਹ ਇੰਪੋਰਟੈਂਸ ਤਾਂ ਅਸੀਂ ਸਮਝ ਹੀ ਗਏ ਹੋਵਾਂਗੇ। ਔਰ ਅਸੀਂ ਇਸ ਹਫਤੇ ਇਹਨਾਂ ਨੂੰ ਹੀ ਅਨਵਾਂਟਡ ਗੈਸਟ ਨੂੰ ਹੋਰ ਕਲੋਜ਼ਲੀ ਐਗਜ਼ਾਮਿਨ ਕਰਾਂਗੇ, ਹੋਰ ਕਲੋਜ਼ਲੀ ਦੇਖਾਂਗੇ ਔਰ ਫਿਰ ਸਿੱਖਾਂਗੇ ਕਿ ਇਹਨਾਂ ਨਾਲ ਡੀਲ ਕਿਸ ਤਰ੍ਹਾਂ ਕਰਨਾ ਹੈ। ਪਿਛਲੇ ਟਾਈਮ ਤਾਂ ਅਸੀਂ ਰਸਤਾ ਦੇਖਿਆ ਸੀ ਨਾ ਕਿ ਉਹ ਆ ਰਹੇ ਨੇ, ਹੁਣ ਰਸਤੇ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਰੁਕਾਵਟਾਂ ਨੇ, ਹੈ ਨਾ, ਉਹ ਅਸੀਂ ਡੀਲ ਕਰਨੀਆਂ ਸਿੱਖਾਂਗੇ ਕਿ ਡੀਲ ਕਿਸ ਤਰ੍ਹਾਂ ਕਰਨਾ ਹੈ ਅਨਵਾਂਟਡ ਇਸ਼ੂਜ਼ ਦੇ ਨਾਲ ਜਿਹੜੇ ਸਾਡੇ ਅੰਦਰ ਆ ਕੇ ਬੈਠ ਜਾਂਦੇ ਨੇ। ਇਹਨੂੰ ਅਸੀਂ ਇਸ ਤਰ੍ਹਾਂ ਸਮਝ ਲਈਏ, ਜਿਸ ਤਰ੍ਹਾਂ ਮੰਨ ਲਓ ਕੋਈ ਕਬੀਲਾ ਹੈ ਬਿਲਕੁਲ अनजान, जंगल दे किसी कोने दे आंदा जांदा नहीं है, लेकिन अचानक कोई शहर तो कोई बंदा उत्थे जांदा और देखदा कि वो कबीला भी है, तो वो भी सोचदा है कि मैं इहनूं सड़क मेन शहर दे नाल जोड़ना, ते असीं सड़क बनाउण दा प्रोसेस शुरू हो जांदा है। तो जिस तरह असीं सड़कां बनानियां शुरू हो जांदियां, रेलवे लाइन बिछानी है तो रेलवे लाइन बिछाउण दा प्रोसेस शुरू हो जांदा है, लाइनां डलनियां शुरू हो जांदियां ने, लेकिन लाइन क्या आराम नाल डल जांदी नहीं, लाइन पाउण लग्गियां भी सानूं रस्ते विच बहुत सारियां चीज़ां औकड़ां आंदियां ने, है ना, किते रस्ता बंजर हुंदा है, किते कोई पहाड़ आ जांदा है, किते कोई नदी आ जांदी है, ਉਹ ਸਾਰਿਆਂ ਨੂੰ ਡੀਲ ਕਰਦੇ ਅਸੀਂ ਰੇਲਵੇ ਦੀ ਲਾਈਨ ਵਿਛਾਉਂਦੇ ਆ ਜਾਂ ਅਸੀਂ ਸੜਕ ਬਣਾਉਂਦੇ ਆ। ਮੈਮ ਮੈਂ ਠੀਕ, ਔਰ ਇੱਕ ਵਾਰੀ ਕਰਨਾ ਚਾਹਾਂਗੀ। yes please मैम जिस तरह ਅਸੀਂ ਇਹ ਵੀਕ ਦਾ ਪ੍ਰੈਕਟਿਸ ਸੈਸ਼ਨਸ ਕਰ ਰਹੇ ਹਾਂ ਔਰ ਜੋ ਸਮਝ ਬਾਬਾ ਜੀ ਤੋਂ ਮਿਲ ਰਹੀ ਹੈ ਯੂਨੀਫਾਈਡ ਕੋਰਸ ਦੇ ਨਾਲ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਹਾਂ, ਮੇਰਾ ਐਕਸਪੀਰੀਅੰਸ ਕਿ ਇਦਾਂ ਲੱਗਦਾ ਪਿਆ ਜਿਸ ਤਰ੍ਹਾਂ ਕਿ ਦਿਮਾਗ ਦੇ ਪਾਥਵੇਜ਼ ਖੁੱਲਦੇ ਪਏ ਨੇ ਚੈਨਲਿੰਗ ਪਰਪਸ ਲਈ, ਜੋ ਗਾਈਡੈਂਸ ਮਿਲ ਰਹੀ ਹੈ, ਡਾਇਰੈਕਟ ਗਾਈਡੈਂਸ ਜਿਹੜੀ ਆ ਰਹੀ, ਤਾਂ ਇਦਾਂ ਲੱਗਦਾ ਪਿਆ ਕਿ ਪਾਥਵੇਜ਼ ਦਿਮਾਗ ਦੇ ਖੁੱਲਦੇ ਪਏ ਨੇ। ਐਂਡ ਕॉन्स्टेंटली जब असी हायर सेल्फ नाल कनेक्टेड रहने हैं तो बहुत सारे मैसेजेस आने शुरू हो जाते हैं और बहुत सारे यूनिवर्सल सीक्रेट्स असी ओपन करना शुरू कर लेने हैं। सो ये मेरा एक्सपीरियंस रहा है ये 4 वीक्स की पूरी जर्नी दे विच। मैम थैंक यू। मैम थैंक यू, जस्ट क्लैप कर दी असी सारे इन्हां वास्ते, क्योंकि यह चीज़ होनी शुरू हो जाती है और ऐसी प्रिकॉशनस भी असी ऐसे पिछे सीख रहे हैं, क्योंकि अगर असी थोड़ा होर गहराई च जाइए तो पाथवे साडे दिमाग दे विच बनिया होईयां ने, एनू एक पाथवेव्स हुंदे ने साडे दिमाग दे अंदर भी, जिस तरह सड़क दे उत्ते सड़कां बिछियां होईयां ने ना और रेलवे लाइन बिछियां होईयां ने, इस तरह साडे दिमाग दे अंदर भी पाथवेव्स बने हुए ने। और सानू एक बारी जिहड़ा पाथवेव बन गया, मन एक बार असी ट्रेन उत्थे बैठांगे तो वही रेलवे पटरी दे उत्ते ही जाएगी ना, उससे लाइन दे उत्ते ही जाएगी ना ट्रेन। और अगर मैं किसी दूसरी जगह के उत्ते चलाना चाहनी तो मैंने एक नई पटरी बिछानी पेगी। यह सारे कोर्सेज के द्वारा, यह सारी समझ के द्वारा असी अपने दिमाग दे विच, अपने ब्रेन दे विच नए पाथवेव्स बना रहे हैं, नई समझ, नया दृष्टिकोण दे रहे हैं, ताकि जेड़ी पुराने रस्ते ते ढर्रे दे उत्ते एक साडी ट्रेन जा रही सी, हुण उस रस्ते दे उत्ते नहीं जाए, नई पटरियां बिछाइयां जा रही ने, नया रस्ता बनाया जा रहा है। और उस रस्ते दे उत्ते एक बार वो बन गया, पटरी बिछ गई, तो फिर तो असीं जिन्नी वारी मर्जी उत्थे ट्रेन नूं चलाइए, जिन्नी मर्जी बसां गड्डियां जो मर्जी चलाइए, जिन्ने चाहे मर्जी आन जान करिए, लेकिन क्योंकि फिलहाल
ਰਸਤਾ ਬਣਾਉਣ ਦਾ ਪ੍ਰੋਸੈਸ ਚੱਲ ਰਿਹਾ ਤੇ ਇਹਦੇ ਤੇ ਸਾਨੂੰ ਪ੍ਰੀਕਾਸ਼ਨਸ ਲੈਣੀਆਂ ਪੈ ਰਹੀਆਂ ਨੇ ਔਰ ਇਹੀ ਅਸੀਂ ਇੱਥੇ ਸਿੱਖ ਵੀ ਰਹੇ ਹਾਂ। ਜਿਸ ਤਰ੍ਹਾਂ ਕਿ ਅਸੀਂ ਕਿਹਾ ਕਿ ਅੱਜ ਸਾਨੂੰ ਇੱਕ ਹੋਰ ਟੂਲ ਵੀ ਮਿਲੇਗਾ, ਇਹ 2 ਦਿਨ ਦੀ ਯਾਤਰਾ ਦੇ ਵਿੱਚ ਟੂਲ ਕੱਲ ਮਿਲੇਗਾ, ਅੱਜ ਅਸੀਂ ਸਮਝਾਂਗੇ। ਔਰ ਇੱਕ ਹੋਰ ਟੂਲ ਵੀ ਮਿਲਣ ਵਾਲਾ ਹੈ ਕਿ ਇਹ ਜਿਹੜੇ ਅਨਵਾਂਟਡ ਯਾਨੀ ਜਿਹੜੀ ਰਸਤੇ ਦੇ ਵਿੱਚ ਰੁਕਾਵਟਾਂ ਆ ਰਹੀਆਂ ਨੇ ਜਿਨ੍ਹਾਂ ਦੇ ਕਰਕੇ ਅਸੀਂ ਲੋਅਰ ਫ੍ਰੀਕੁਐਂਸੀ 'ਚ ਚਲੇ ਜਾਂਦੇ ਸੀ ਔਰ ਹੁਣ ਅਸੀਂ ਲੋਅਰ ਫ੍ਰੀਕੁਐਂਸੀ ਦੇ ਵਿੱਚ ਬਿਲਕੁਲ ਨਹੀਂ ਜਾਈਏ। ਆਪਣੇ ਆਪ ਨੂੰ ਅਸੀਂ, ਕਿਉਂਕਿ ਅਸੀਂ ਹੋਸ਼ 'ਚ ਆ ਗਏ ਹਾਂ, ਅਵੇਅਰਨੈਸ ਦੇ ਵਿੱਚ ਆ ਗਏ ਹਾਂ, ਇਸ ਕਰਕੇ ਅਸੀਂ ਇਸ ਅਵੇਅਰਨੈਸ ਦੇ ਨਾਲ ਇਹ ਹੁਣ ਅਸੀਂ ਪਾਥਵੇ ਦੇ ਬਾਰੇ ਗੱਲ ਕਰ ਰਹੇ ਹਾਂ। ਤੇ ਅਸੀਂ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਇਸ ਚੀਜ਼ ਨੂੰ, ਜਿਹੜੇ ਅਨਵਾਂਟਡ ਇਸ਼ੂਜ਼ ਨੇ, ਅਨਵਾਂਟਡ ਗੈਸਟ ਨੇ, ਇਹਨਾਂ ਦਾ ਪ੍ਰਭਾਵ ਆਪਣੀ ਜ਼ਿੰਦਗੀ ਦੇ ਵਿੱਚ ਦੇਖਿਆ ਹੀ ਹੋਏਗਾ। ਕਿਤਨਾ ਇੰਨੇ ਅਣਗਿਣਤ ਟਾਈਮ ਇਹੋ ਜਿਹੇ ਹੋਣਗੇ, ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਅਣਗਿਣਤ ਟਾਈਮ ਇਹੋ ਜਿਹੇ ਦੇਖੇ ਹੋਣਗੇ ਜਦੋਂ ਅਸੀਂ ਆਪਣੇ ਆਪੇ ਦੇ ਵਿੱਚ ਨਹੀਂ ਹੋਏ ਹੋਵਾਂਗੇ, ਬੇਹੋਸ਼ੀ ਦੀ ਅਵਸਥਾ ਹੋਏਗੀ ਸਾਡੇ ਕੋਲ, ਕੋਈ ਇਹੋ ਜਿਹੀ ਮਤਲਬ ਜਦੋਂ ਅਸੀਂ ਹੋਸ਼ ਹੀ ਨਹੀਂ ਰੱਖ ਪਾਏ, ਇਹੋ ਜਿਹਾ ਸਾਡੇ ਕੋਲ ਕੋਈ ਬੋਲਣਾ, ਕੋਈ ਐਕਸ਼ਨ ਹੋ ਜਾਂਦੀ ਹੈ ਕਿ ਅਗਰ ਅਸੀਂ ਨਾਰਮਲ ਆਪਣੇ ਰੂਟੀਨ ਦੇ ਵਿੱਚ ਹੋਈਏ, ਮੈਂ ਨਾਰਮਲ ਆਪਣੇ ਨਾਰਮਲ ਮੂਡ ਦੇ ਵਿੱਚ ਹੋਵਾਂ ਤੇ ਮੈਂ ਇਹੋ ਜਿਹੀਆਂ ਗੱਲਾਂ ਕਦੀ ਵੀ ਨਾ ਕਰਾਂ, ਕਦੀ ਵੀ ਨਹੀਂ। ਔਰ ਜ਼ਰੂਰ ਮੇਰੇ ਕੋਈ ਰਿਸ਼ਤੇਦਾਰ ਜਿਹੜੇ ਮੇਰੇ ਨੀਅਰ ਐਂਡ ਡੀਅਰ ਵਨਸ ਨੇ, ਮੇਰੇ ਫੈਮਿਲੀ ਮੈਂਬਰਸ ਨੇ, ਮੇਰੇ ਆਸ ਪੜੋਸ ਦੇ ਵਿੱਚ ਵੀ ਮੈਂ ਕਈ ਲੋਕਾਂ ਨੂੰ ਇਹੋ ਜਿਹੇ ਇਰੈਸ਼ਨਲ ਬਿਹੇਵੀਅਰ ਕਰਦੇ ਹੋਏ ਵੀ ਦੇਖਿਆ ਹੋਏਗਾ। ਨਾਰਮਲੀ ਉਹ ਲੋਕ ਜਦੋਂ ਆਪਣੀ ਨਾਰਮਲ ਰੂਟੀਨ ਦੇ ਵਿੱਚ ਹੋਣਗੇ, ਇਹੋ ਜਿਹਾ ਵਿਵਹਾਰ ਅਸੀਂ ਉਹਨਾਂ ਨੂੰ ਕਦੀ ਨਹੀਂ ਦੇਖਿਆ ਹੋਏਗਾ ਕਿ ਉਹ ਨਾਰਮਲ ਕਰਦੇ ਹੋਣਗੇ, ਲੇਕਿਨ ਹਜ਼ਾਰਾਂ ਟਾਈਮ ਇਹੋ ਜਿਹੇ ਹੋਣਗੇ ਕਿ ਜਿਹੜੇ ਜਦੋਂ ਸਾਡੇ ਕੋਲੋਂ ਔਰ ਸਾਡੇ ਜਿਹੜੇ ਫੈਮਿਲੀ ਮੈਂਬਰਸ ਜਿਨ੍ਹਾਂ ਨੂੰ ਅਸੀਂ ਜਾਣਦੇ ਹਾਂ ਉਹਨਾਂ ਕੋਲੋਂ ਇਹੋ ਜਿਹਾ ਵਿਵਹਾਰ ਹੋ ਜਾਂਦਾ ਹੈ, ਅਸੀਂ ਦੇਖਿਆ ਹੋਏਗਾ ਆਪਣੀ ਜ਼ਿੰਦਗੀ ਦੇ ਵਿੱਚ। ਔਰ ਅੱਜ ਇਸ ਹਫਤੇ ਦੇ ਵਿੱਚ ਅਸੀਂ ਇਹੀ ਸਿੱਖਣ ਵਾਲੇ ਹਾਂ ਕਿ ਜਦੋਂ ਇਹੋ ਜਿਹੀ ਕੋਈ ਸਿਚੁਏਸ਼ਨ ਆ ਜਾਂਦੀ ਹੈ ਤੇ ਉਸ ਸਿਚੁਏਸ਼ਨ ਨੂੰ ਡੀਲ ਕਿਸ ਤਰ੍ਹਾਂ ਕਰਨਾ ਹੈ, ਉਹਦੇ ਨਾਲ ਅਸੀਂ ਕਿਸ ਤਰ੍ਹਾਂ ਡੀਲ ਕਰਨਾ ਹੈ, ਇਹ ਅਸੀਂ ਸਿੱਖਾਂਗੇ। ਜਿਹੜੇ ਸਾਡੇ ਫੈਮਿਲੀ ਮੈਂਬਰਸ ਨੇ ਉਹਨਾਂ ਨੇ ਵੀ ਕਿਸ ਤਰ੍ਹਾਂ ਡੀਲ ਕਰਨਾ ਹੈ ਉਹਨਾਂ ਦੇ ਨਾਲ ਵੀ ਉਸ ਟਾਈਮ ਦੇ ਉੱਤੇ ਅਸੀਂ ਉਹ ਵੀ ਸਿੱਖਾਂਗੇ, ਲੇਕਿਨ ਉਹ ਤਾਂ ਫਿਊਚਰ ਦੀ ਗੱਲ ਹੈ, ਆਉਣ ਵਾਲੇ ਚੈਪਟਰ 'ਚ ਸਿੱਖਾਂਗੇ। ਲੇਕਿਨ ਅੱਜ ਇਸ क्षण ਅਸੀਂ ਇਸ ਚੈਪਟਰ ਦੇ ਵਿੱਚ ਇਹ ਚੀਜ਼ ਸਿੱਖਣ ਵਾਲੇ ਹਾਂ। ਇਸ ਤਰ੍ਹਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਟਾਈਮ ਦੇਖਿਆ ਹੋਏਗਾ, ਰਾਤੀ ਅਸੀਂ ਬੜੀ ਫਰੈਸ਼ ਨੀਂਦ ਲਈ ਹੈ, ਬੜੇ ਆਰਾਮ ਨਾਲ ਸੁੱਤੇ ਹਾਂ, ਪੂਰੀ ਨੀਂਦ ਅੱਛੇ ਤਰੀਕੇ ਦੇ ਨਾਲ, ਲੇਕਿਨ ਜਦੋਂ ਅਸੀਂ ਸਵੇਰੇ ਉੱਠੇ ਹਾਂ ਬੜੇ ਮੂਡ ਸਾਡਾ ਬੜਾ ਅਪਸੈਟ ਸੀ, ਬਿਨਾਂ ਕਿਸੇ ਕਾਰਨ ਤੋਂ ਥੱਕੇ ਹੋਏ ਹਾਂ ਔਰ ਹੱਸਣ ਨੂੰ ਦਿਲ ਨਹੀਂ ਕਰ ਰਿਹਾ, ਬਸ ਤਿਆਰ ਬੈਠੇ ਹਾਂ ਕਿ ਕੋਈ ਸਾਨੂੰ ਪਿੰਨ ਕਰੇ ਤੇ ਅਸੀਂ ਫੁੱਟ ਪਈਏ ਹੁਣੇ ਦਾ ਹੁਣੇ। ਔਰ ਅਸੀਂ ਸੁਣਿਆ ਵੀ ਹੋਏਗਾ ਵੀ ਇਹਨੂੰ ਛੇੜੋ ਨਹੀਂ, ਫਟਿਆ ਹੋਇਆ ਹੈ, ਬਸ ਫਟਣ ਹੀ ਵਾਲਾ ਵਿੱਚ, ਅੱਜ ਇਹਨੂੰ ਛੇੜਿਆ, ਇਹਦਾ ਮੂਡ ਖਰਾਬ ਹੈ, ਅਸੀਂ ਬੋਲ ਵੀ ਦੇਣੇ ਨਾ ਇਹਦੇ ਨਾਲ ਗੱਲ ਨਹੀਂ ਕਰੋ, ਇਹਦਾ ਮੂਡ ਬੜਾ ਖਰਾਬ ਹੈ, ਯਾਨੀ ਜਿੰਨਾ ਕਿਸੇ ਨੇ ਟੋਕਿਆ ਨਹੀਂ ਤੇ ਉਹ ਆਦਮੀ ਨੇ ਉਹਦੇ ਤੇ ਬਰਸ ਪੈਣਾ ਹੈ। ਇਹ ਅਸੀਂ ਦੇਖਿਆ ਹੋਏਗਾ ਆਪਣੀ ਜ਼ਿੰਦਗੀ ਦੇ ਵਿੱਚ, ਖੁਦ ਨੂੰ ਵੀ ਦੇਖਿਆ ਹੋਏਗਾ। ਅਗਰ ਇਸ ਤਰ੍ਹਾਂ ਹੋ ਰਿਹਾ ਹੈ ਤੇ ਚਾਂਸਸ ਨੇ ਕਿ ਅਨਵਾਂਟਡ ਗੈਸਟ ਜਿਹੜੇ ਨੇ ਉਹ ਸਾਡੇ ਔਰਾ ਦੇ ਵਿੱਚ, ਸਾਡੇ ਘਰ ਦੇ ਵਿੱਚ ਆ ਗਏ ਨੇ। ਕਦੀ ਕਦੀ ਅਸੀਂ ਆਪਣੇ ਆਪ ਨੂੰ ਦੇਖਿਆ ਹੋਏਗਾ ਕਿ ਅਚਾਨਕ ਹੀ ਸਾਡਾ ਮੂਡ ਖਰਾਬ ਹੋ ਗਿਆ, ਅੱਛੇ ਵੇਲੇ ਹੱਸਦੇ ਖੇਡਦੇ ਪਏ ਹਾਂ, ਕੋਈ ਕਾਰਨ ਨਹੀਂ ਹੈ, ਲੇਕਿਨ ਹੱਸਦੇ ਖੇਡਦੇ ਹੀ ਅਸੀਂ ਇਰੀਟੇਟ ਹੋਣਾ ਸ਼ੁਰੂ ਹੋ ਗਏ ਹਾਂ, ਸਾਨੂੰ ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ, ਇੰਪੇਸ਼ੈਂਸ ਹੋ ਜਾਂਦੀ, ਬੇਸਬਰੀ ਆ ਜਾਂਦੀ ਹੈ, ਚਿੜ ਮਚਣੀ ਸ਼ੁਰੂ ਹੋ ਜਾਂਦੀ ਹੈ, ਬਿਨਾਂ ਕਿਸੇ ਮਤਲਬ ਦੇ, ਕੋਈ ਕਾਰਨ ਨਹੀਂ ਹੁੰਦਾ, ਚਿੜਨਾ ਸ਼ੁਰੂ ਕਰ ਦਿੰਦੇ ਆ, ਬੇਸਬਰੀ ਆ ਜਾਂਦੀ ਹੈ, ਘਬਰਾਹਟ ਹੋਣੀ ਸ਼ੁਰੂ ਹੋ ਜਾਂਦੀ ਹੈ। ਔਰ ਉਸ ਟਾਈਮ ਦੇ ਉੱਤੇ ਅਸੀਂ ਆਪਣੇ ਵਿਵਹਾਰ ਨੂੰ ਜਸਟੀਫਾਈ ਵੀ ਕਰ ਰਹੇ ਹੁੰਦੇ ਹਾਂ ਕਿ ਨਹੀਂ ਉਸਨੇ ਇਹ ਕੀਤਾ ਨਾ ਇਸ ਕਰਕੇ ਇਦਾਂ ਹੋ ਗਿਆ, ਇਹ ਚੀਜ਼ ਉਹਨੇ ਕੀਤੀ ਨਾ ਇਸ ਕਰਕੇ ਇਸ ਤਰੀਕੇ ਨਾਲ ਹੋ ਗਈ, ਜਦਕਿ ਅੰਦਰੋਂ ਸਾਨੂੰ ਪਤਾ ਹੁੰਦਾ ਹੈ ਕਿ ਇਹ ਬੇਮਤਲਬ ਦਾ ਅਸੀਂ ਇਰੀਟੇਟ ਹੋ ਰਹੇ ਹਾਂ, ਇਰੀਟੇਟ ਹੁੰਦਾ ਕੋਈ ਕਾਰਨ ਹੈ ਨਹੀਂ ਸੀ, ਸਾਨੂੰ ਬਰਾਬਰ ਅੰਦਰੋਂ ਪਤਾ ਹੁੰਦਾ, ਲੇਕਿਨ ਅਸੀਂ ਕਬੂਲਦੇ ਨਹੀਂ ਹਾਂ। ਕਈ ਵਾਰੀ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਕਿ ਸਾਡਾ ਬਹੁਤ ਹੀ ਪਿਆਰਾ ਇਨਸਾਨ, ਬਹੁਤ ਹੀ, ਜਿਹਨੇ ਕੋਈ ਗਲਤੀ ਵੀ ਨਹੀਂ ਕੀਤੀ, ਜਿਸਦੀ ਕੋਈ ਗਲਤੀ ਵੀ ਨਹੀਂ ਹੈ ਔਰ ਜਿਹਨੂੰ ਅਸੀਂ ਡਾਂਟਣਾ ਚਾਹੁੰਦੇ ਵੀ ਨਹੀਂ ਸੀ, ਸਾਡੇ ਦੂਰ ਦੂਰ ਤੱਕ ਦਿਮਾਗ 'ਚ ਨਹੀਂ ਸੀ, ਲੇਕਿਨ ਇਤਨਾ ਨੂੰ ਚਿल्ला ਦਿੱਤਾ, ਇਤਨਾ ਉਲਟਾ ਸਿੱਧਾ ਬੋਲ ਦਿੱਤਾ, ਇਤਨਾ ਗਲਤ ਵਿਵਹਾਰ ਕਰ ਦਿੱਤਾ ਕਿ ਬਾਅਦ ਦੇ ਵਿੱਚ ਮੈਂ ਖੁਦ ਪਛਤਾ ਰਹੀ ਹਾਂ ਕਿ ਅਰੇ ਬਾਪ ਰੇ, ਮੈਂ ਇਸ ਤਰ੍ਹਾਂ ਕਿਉਂ ਕੀਤਾ ਉਹਦੇ ਨਾਲ। ਇਹ ਅਨਵਾਂਟਡ ਗੈਸਟ ਹੋ ਸਕਦੇ ਨੇ। ਕਈ ਵਾਰੀ ਪਤਾ ਕੀ ਹੁੰਦਾ ਹੈ, ਬੇਮਤਲਬ ਹੀ ਅਸੀਂ ਡਰ ਦੀ ਫੀਲਿੰਗ 'ਚ ਚਲੇ ਜਾਂਦੇ, ਡਰਨਾ ਸ਼ੁਰੂ ਕਰ ਦਿੰਦੇ ਹਾਂ, ਜਦਕਿ ਡਰਨ ਦਾ ਮੇਰੇ ਆਸੇ ਪਾਸੇ ਕੋਈ ਵੀ ਕਾਰਨ ਨਹੀਂ ਹੈ, ਮੇਰੀ ਜ਼ਿੰਦਗੀ ਬਿਲਕੁਲ ਸਮੂਥ ਚੱਲ ਰਹੀ ਹੈ, ਹਰ ਚੀਜ਼ ਬਿਲਕੁਲ ਪਰਫੈਕਟ ਹੈ, ਲੇਕਿਨ ਬੇਮਤਲਬ ਦੇ ਮੇਰੇ ਅੰਦਰੋਂ ਡਰ ਆਉਣਾ ਸ਼ੁਰੂ ਹੋ ਗਿਆ, ਇਸ ਤਰ੍ਹਾਂ ਹੋ ਗਿਆ ਤਾਂ ਇੰਜ ਹੋ ਗਿਆ, ਤਾਂ ਬੇਮਤਲਬ ਦੇ ਡਰ ਉਹ ਆਣੇ ਸ਼ੁਰੂ ਹੋ ਜਾਂਦੇ ਨੇ। ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਡਰਨ ਦਾ ਕਾਰਨ ਤਾਂ ਹੁੰਦਾ ਹੈ, ਲੇਕਿਨ ਉਹ ਇਹੋ ਜਿਹਾ ਡਰ ਹੁੰਦਾ ਜਿਹਦੇ ਨਾਲ ਮੈਂ ਨਾਰਮਲ ਹੱਸ ਕੇ ਡੀਲ ਕਰ ਜਾਂਦੀ ਹਾਂ,
ਉਹਦੇ ਲਈ ਇਤਨਾ ਵੱਡਾ ਇਸ਼ੂ ਔਰ ਇਹੋ ਜਿਹੀ ਫੀਲਿੰਗ ਦੇ ਵਿੱਚ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਇਹ ਡਰ ਕੋਈ ਇਤਨਾ ਵੱਡਾ ਨਹੀਂ ਹੁੰਦਾ ਕਿ ਜਿਹਦੇ ਪਿੱਛੇ ਮੈਂ ਹੁਣ ਇਤਨਾ ਘਬਰਾ ਰਹੀ ਹਾਂ। ਯਾਨੀ ਉਸ ਸੀਨ ਦੇ ਵਿੱਚ ਮੈਂ ਪਹਿਲੇ ਨਿਕਲ ਕੇ ਗਈ ਹੋਈ ਹਾਂ, ਉਸ ਸੀਨ ਦੇ ਵਿੱਚੋਂ ਮੇਰੇ ਘਬਰਾਉਣ ਦੀ ਕੋਈ ਡਰਨ ਦੀ ਕੋਈ ਕਾਰਨ ਨਹੀਂ ਹੈ। ਲੇਕਿਨ ਉਸ ਦਿਨ ਪਾਰਟਿਕੂਲਰ ਉਸ ਦਿਨ ਮੈਂ ਡਰ ਰਹੀ ਹਾਂ, ਬੜੀ ਘਬਰਾ ਰਹੀ ਹਾਂ ਔਰ ਬੜਾ ਅਨਨੈਚੁਰਲ ਬਿਹੇਵ ਕਰ ਰਹੀ ਹਾਂ। ਅਗਰ ਇਸ ਤਰ੍ਹਾਂ ਹੋ ਰਿਹਾ ਹੈ ਤਾਂ ਚਾਂਸਸ ਨੇ ਕਿ ਅਨਵਾਂਟਡ ਗੈਸਟ ਸਾਡੇ ਘਰ ਦੇ ਵਿੱਚ ਆ ਚੁੱਕੇ ਨੇ। ਕਈ ਵਾਰੀ ਅਸੀਂ ਇਸ ਤਰ੍ਹਾਂ ਵੀ ਦੇਖਿਆ ਹੋਏਗਾ ਕਿ ਆਪਣੀ ਜ਼ਿੰਦਗੀ ਦੇ ਵਿੱਚ ਅਸੀਂ ਇਤਨਾ ਗਲਤ ਐਕਸ਼ਨ ਕਰ ਜਾਂਦੇ ਹਾਂ ਬਿਨਾਂ ਕਿਸੇ ਮਤਲਬ ਦੇ, ਕੋਈ ਕਾਰਨ ਨਹੀਂ ਹੁੰਦਾ ਸਾਡਾ, ਔਰ ਇੰਨਾ ਖਤਰਨਾਕ ਸਾਡੇ ਕੋਲ ਐਕਸ਼ਨ ਹੋ ਜਾਂਦਾ ਕਿ ਸਾਰੀ ਜ਼ਿੰਦਗੀ ਸਾਨੂੰ ਪਛਤਾਣਾ ਪੈ ਜਾਂਦਾ ਉਸ ਐਕਸ਼ਨ ਦੇ ਕਰਕੇ। ਔਰ ਬੈਠ ਕੇ ਸੋਚਦੇ ਹਾਂ ਕਿ ਅਰੇ ਬਾਪ ਰੇ, ਮੈਂ ਇਹ ਕੀਤਾ ਹੀ ਕਿਉਂ, ਲੋੜ ਕੀ ਸੀ, ਅਰੇ ਮੇਰਾ ਤਾਂ ਵਿਵਹਾਰ ਵੀ ਨਹੀਂ ਸੀ, ਮੇਰੀ ਆਦਤ ਵੀ ਨਹੀਂ ਹੈ ਉਹ ਜਿਹੀ ਇੰਨੇ ਖਤਰਨਾਕ ਐਕਸ਼ਨ ਕਰਨ ਦੀ, ਇਤਨਾ ਫੁਲਿਸ਼ਨੈਸ ਬਿਹੇਵ ਕਰਨ ਦੀ। ਇੱਕ ਤਾਂ ਹੁੰਦਾ ਨਾ ਮੇਰੀ ਹੈਬਿਟ ਹੈ, ਮੈਂ ਗੁੱਸੇ ਵਾਲੀ ਆ, ਮੈਨੂੰ ਚਿੜਚਿੜਾਉਣ ਦੀ ਆਦਤ ਹੈ, ਮੇਰੀ ਹੈਬਿਟ ਹੀ ਹੈ। ਗੁੱਸਾ ਥੋੜਾ ਉਸ ਦਿਨ ਜ਼ਿਆਦਾ ਆ ਗਿਆ ਔਰ ਮੈਂ ਜ਼ਿਆਦਾ ਕੁਝ ਕਰ ਦਿੱਤਾ। ਇੱਕ ਹੈ ਕਿ ਮੈਨੂੰ ਨਾਰਮਲੀ ਗੁੱਸਾ ਆਉਂਦਾ ਨਹੀਂ, ਮੈਂ ਸ਼ਾਂਤ ਸੁਭਾਅ ਦੀ ਹਾਂ, ਲੇਕਿਨ ਅਚਾਨਕ ਹੀ ਮੈਂ ਕੋਈ ਇਹੋ ਜਿਹਾ ਖਤਰਨਾਕ ਮੇਰੇ ਕੋਲ ਐਕਸ਼ਨ ਹੋ ਗਿਆ ਔਰ ਬਾਅਦ ਦੇ ਵਿੱਚ ਬੈਠ ਕੇ ਪਛਤਾਣਾ ਪੈ ਜਾਂਦਾ ਹੈ। ਇਹ ਮੈਨੂੰ ਯਾਦ ਹੈ, ਇੱਕ ਵਾਰੀ ਅਸੀਂ ਨਾਨਕਸਰ ਗੁਰਦੁਆਰੇ ਗਏ ਜਿਹੜਾ ਕਿ ਨਾਂਦੇੜ ਦੇ ਵਿੱਚ ਹੈ। ਉੱਥੇ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਸੀ ਔਰ ਮੇਰੇ ਅੱਗੇ ਅੱਗੇ ਇੱਕ ਕੋਈ ਪਿੰਡ ਦਾ ਬੰਦਾ ਸੀ ਔਰ ਉਹ ਉੱਚੀ ਉੱਚੀ ਮਾਫੀਆਂ ਮੰਗੀ ਜਾ ਰਿਹਾ ਸੀ, ਰੋਈ ਜਾ ਰਿਹਾ ਸੀ। ਇੱਕ ਇੰਨਾ ਵੱਡਾ ਬਜ਼ੁਰਗ ਰੋਈ ਜਾ ਰਿਹਾ ਔਰ ਮਾਫੀਆਂ ਮੰਗੀ ਜਾ ਰਿਹਾ ਔਰ ਮੇਰੇ ਤੋਂ ਅੱਗੇ ਸੀ, ਮੇਰੇ ਕੋਲੋਂ ਰਿਹਾ ਨਹੀਂ ਗਿਆ। ਮੈਂ ਉਸਨੂੰ ਪੁੱਛਿਆ ਜਾ ਕੇ, ਮੈਂ ਕਿਹਾ ਵੀਰ ਜੀ ਕੀ ਹੋ ਗਿਆ ਤੁਹਾਡੇ ਕੋਲ ਇੰਨੀ ਵੱਡੀ ਗਲਤੀ ਵੀ ਤੁਸੀਂ ਇਤਨਾ ਰੋ ਰੋ ਕੇ ਮਾਫੀਆਂ ਮੰਗ ਰਹੇ ਹੋ? ਕਹਿੰਦੇ ਬੇਟਾ ਮੇਰੇ ਕੋਲੋਂ ਕਿਸੇ ਦਾ ਖੂਨ ਹੋ ਗਿਆ। ਮੈਂ ਕਿਹਾ ਹੈ ਖੂਨ ਹੋ ਗਿਆ? ਕਹਿੰਦੇ ਹਾਂ, ਔਰ ਸਭ ਤੋਂ ਵੱਡੀ ਗੱਲ ਕਹਿੰਦੇ ਮੈਨੂੰ ਗੁੱਸਾ ਨਹੀਂ ਆਉਂਦਾ, ਮੈਂ ਬਿਲਕੁਲ ਸ਼ਾਂਤ ਸੁਭਾਅ ਦਾ ਹਾਂ, ਮੈਂ ਤਾਂ ਕਿਸੇ ਨੂੰ ਡਾਂਟਦਾ ਵੀ ਨਹੀਂ, ਮਤਲਬ ਮੇਰਾ ਇੰਨਾ ਸ਼ਾਂਤ ਸੁਭਾਅ ਹੈ। ਔਰ ਉਸ ਬੰਦੇ ਨਾਲ ਕੋਈ ਮੇਰੀ ਇੰਨੀ ਲੰਬੀ ਚੌੜੀ ਦੁਸ਼ਮਣੀ ਵੀ ਨਹੀਂ ਸੀ, ਲੇਕਿਨ ਅਚਾਨਕ ਹੀ ਬੈਠੇ ਬੈਠੇ ਕੋਈ ਗੱਲ ਹੋਈ ਔਰ ਉਹਦੇ ਹੱਥ ਦੇ ਵਿੱਚ ਕੁਝ ਖੇਤੇ ਨੂੰ ਕਰਨ ਵਾਲਾ ਕੋਈ ਇਹੋ ਜਿਹਾ ਕੋਈ ਹਥਿਆਰ ਸੀਗਾ, ਜੋ ਵੀ ਉਹਦੇ ਕੋਲ ਫਾਵੜਾ ਜਾਂ ਜੋ ਕੁਝ ਵੀ ਹੋਏਗਾ, ਉਹ ਉਹਨੇ ਜ਼ੋਰ ਦੇ ਉਹਦੇ ਮਾਰਿਆ ਔਰ ਉਹ ਆਦਮੀ ਉੱਥੇ ਹੀ ਗੁਜ਼ਰ ਗਿਆ। ਔਰ ਉਹਨੂੰ ਹੁਣ ਜੇਲ੍ਹ ਹੋਣ ਵਾਲੀ ਸੀ, ਬੇਲ ਤੇ ਛੁੱਟ ਕੇ ਆਇਆ ਸੀ ਔਰ ਮਾਫੀਆ ਮੰਗ ਰਿਹਾ ਸੀ। ਉਸਨੂੰ ਦੇਖ ਕੇ ਮੈਂ ਬਹੁਤ ਪਰੇਸ਼ਾਨ ਹੋ ਗਈ ਔਰ ਦੇਖੀ ਜਾ ਰਹੀ ਸੀ ਕਿ ਕਹਿੰਦੇ ਕੁਝ ਸੈਕਿੰਡ ਦਾ ਗੁੱਸਾ ਸੀ, ਕੁਝ ਸੈਕਿੰਡ ਦਾ, ਔਰ ਉਸ ਤੋਂ ਬਾਅਦ ਕਹਿੰਦੇ ਮੈਂ ਨਾਨ ਸਟਾਪ ਮਾਫੀਆ ਮੰਗ ਰਿਹਾ। ਲਾਨੀ ਇਹੋ ਜਿਹਾ ਵਿਵਹਾਰ ਅਸੀਂ ਵੀ ਆਪਣੀ ਜ਼ਿੰਦਗੀ 'ਚ ਕਈ ਵਾਰੀ ਕਰ ਦਿੰਦੇ ਹਾਂ। ਅਗਰ ਇਹੋ ਜਿਹਾ ਕੁਝ ਹੋ ਰਿਹਾ ਸਾਡੇ ਕੋਲੋਂ ਤੇ ਸਾਨੂੰ ਅਲਰਟ ਹੋ ਜਾਣਾ ਚਾਹੀਦਾ ਹੈ ਕਿ ਇਹ ਅਨਵਾਂਟਡ ਇਸ਼ੂ, ਅਨਵਾਂਟਡ ਗੈਸਟ ਸਾਡੇ ਉੱਤੇ ਆ ਕੇ ਹਾਵੀ ਹੋ ਗਿਆ ਹੈ। ਇਹਦਾ ਮਤਲਬ ਇਹ ਨਹੀਂ ਹੈ ਕਿ ਜਿੰਨੇ ਵੀ ਸਾਡੇ ਡਰ ਨੇ, ਜਿਹੜਾ ਵੀ ਸਾਡਾ ਇਰਰੈਸ਼ਨਲ ਬਿਹੇਵੀਅਰ ਹੈ, ਜਿਹੜੇ ਵੀ ਸਾਡੇ ਕੋਈ ਫालतू ਦੇ ਵਿਚਾਰ ਜਿਹੜੇ ਸਾਡੇ ਅੰਦਰ ਚੱਲੀ ਜਾ ਰਹੇ ਨੇ, ਜਾਂ ਜਿਹੜਾ ਅਚਾਨਕ ਕੋਈ ਗੁੱਸੇ ਦੇ ਵਿੱਚ ਅਸੀਂ ਫਟ ਪੈਂਦੇ ਹਾਂ ਔਰ ਕੋਈ ਥਕਾਵਟ, ਇਰੀਟੇਸ਼ਨ, ਇਹੋ ਜਿਹੀ ਕੋਈ ਚੀਜ਼ਾਂ ਨੇ, ਇਹ ਹਮੇਸ਼ਾ ਹੀ ਅਨਵਾਂਟਡ ਗੈਸਟ ਹੀ ਸਾਡੇ ਕ੍ਰੀਏਟ ਕਰਦੇ ਨੇ। ਇਹ ਹਮੇਸ਼ਾ ਨਹੀਂ, ਸੱਚਾਈ ਨਹੀਂ ਹੈ, ਲੇਕਿਨ ਇਹ ਸਾਡਾ ਆਪਣਾ ਸਟ੍ਰੈਸ ਵੀ ਹੋ ਸਕਦਾ ਹੈ, ਸਾਡੀ ਕਰਨਾ ਵੀ ਹੋ ਸਕਦੀ ਹੈ, ਸਾਡਾ ਆਪਣਾ ਇਲੂਜ਼ਨ ਵੀ ਹੋ ਸਕਦਾ ਹੈ, ਔਰ ਇਹ ਸਾਡੀ ਇੰਪਰਫੈਕਟ ਥਿੰਕਿੰਗ ਜਿਹੜੀ ਸਾਡੀ ਕੀ ਕਹਿੰਦੇ ਨਾ ਕਿ ਬਿਗੜੀ ਹੋਈ ਸੋਚ, ਸੜੀ ਗਲੀ ਸੋਚ, ਉਹ ਵੀ ਹੋ ਸਕਦੀ ਹੈ, ਜਿਹੜੀ ਕਿ ਹੀਲ ਕਰਨ ਦੀ ਜ਼ਰੂਰਤ ਹੈ। ਲੇਕਿਨ ਜ਼ਿਆਦਾਤਰ ਇਹ ਜਦੋਂ ਇਹੋ ਜਿਹੇ ਸੀਨ ਹੋ ਰਹੇ ਹੁੰਦੇ ਨੇ, ਅਨਵਾਂਟਡ ਗੈਸਟ ਹੋ ਸਕਦੇ ਨੇ, ਇਹ ਪੋਸਿਬਿਲਿਟੀਜ਼ ਜ਼ਿਆਦਾ ਨੇ। ਇਹਦੇ 'ਚ ਹੁਣ ਅਸੀਂ ਦੋ ਚੀਜ਼ਾਂ ਨੂੰ ਸਮਝਣਾ ਹੈ। ਪਹਿਲੀ ਚੀਜ਼ ਤਾਂ ਜਿਹੜੀ ਅਸੀਂ ਕਹਿ ਦਿੰਦੇ ਹਾਂ ਕਿ ਭਰਮ, ਇਲੂਜ਼ਨ ਅਸੀਂ ਸਮਝ ਲਈਏ। ਇਲੂਜ਼ਨ ਉਹ ਹੁੰਦਾ ਜਿਹੜੀ ਚੀਜ਼ ਹੁੰਦੀ ਨਹੀਂ ਲੇਕਿਨ ਸਾਨੂੰ ਭਰਮ ਪੈਦਾ ਹੋ ਜਾਂਦਾ, ਸਾਨੂੰ ਜਿਹਨੂੰ ਅਸੀਂ ਮਾਇਆ ਕਹਿ ਦਿੰਦੇ ਹਾਂ, ਹੈ ਨਾ, ਮਾਇਆ ਦਾ ਪ੍ਰਭਾਵ। ਹੁਣ ਮਾਇਆ ਦਾ ਪ੍ਰਭਾਵ ਕੀ ਹੈ ਕਿ ਹਨੇਰੇ ਦੇ ਵਿੱਚ ਕੋਟ ਟੰਗਿਆ ਹੋਇਆ ਔਰ ਸਾਨੂੰ ਪਰਛਾਈ ਦੇਖ ਕੇ ਕੀ ਧਿਆਨ ਆ ਰਿਹਾ ਕਿ ਉੱਥੇ ਕੋਈ ਆਦਮੀ ਹੈ। ਹਨੇਰਾ ਹੈ, ਰੱਸੀ ਹੈਗੀ ਹੈ ਔਰ ਸਾਨੂੰ ਕਿਉਂਕਿ ਡਰ ਬੈਠਾ ਹੋਇਆ ਔਰ ਸਾਨੂੰ ਲੱਗ ਰਿਹਾ ਉਹ ਸੱਪ ਹੈ ਔਰ ਅਸੀਂ ਜਾਂਦੇ ਨਹੀਂ। ਐਸੇ ਮੇਰੀ ਨਾਲ ਜ਼ਿੰਦਗੀ 'ਚ ਹੋ ਚੁੱਕੇ ਨੇ ਔਰ ਮੈਂ ਕਈ ਵਾਰੀ ਡਰਦੀ ਉਸ ਕਮਰੇ 'ਚ ਜਾਂਦੀ ਨਹੀਂ ਸੀ ਹੁੰਦੀ ਕਿ ਉੱਥੇ ਕੁਛ ਹੈ ਤੇ ਜਦੋਂ ਲਾਈਟ ਆਂਦੀ ਸੀਗੀ ਤੇ ਪਤਾ ਚੱਲਦਾ ਸੀ ਉਹ ਰੱਸੀ ਹੈ, ਲੇਕਿਨ ਸਖਤ ਕਰਕੇ ਅਸੀਂ ਡਰਨਾ ਸ਼ੁਰੂ ਕਰ ਦਈਦਾ ਸੀ। ਜਾਂ ਖੇਤਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਨਾ ਕਿ ਉਹਨਾਂ ਨੇ ਬੁੱਤ ਬਣਾਏ ਹੁੰਦੇ ਨੇ, ਮਟਕੇ ਪਾ ਕੇ, ਕੱਪੜੇ ਪਾ ਕੇ ਪਾਇਆ ਹੁੰਦਾ, ਉਹ ਇਲੂਜ਼ਨ ਕ੍ਰੀਏਟ ਕਰ ਰਹੇ ਹੁੰਦੇ ਨੇ ਕਿ ਉੱਥੇ ਕੋਈ ਆਦਮੀ ਖੜਾ ਹੈ। ਜਾਂ ਅੱਜ ਕੱਲ੍ਹ ਜਿਹੜੇ ਅਸੀਂ ਡਾਂਸਿੰਗ ਪ੍ਰੋਗਰਾਮ ਦੇਖ ਰਹੇ ਹਾਂ, ਲਾਈਵ ਜਿਹੜੇ ਆ ਰਹੇ ਨੇ ਡਾਂਸਿੰਗ ਪ੍ਰੋਗਰਾਮ, ਉਹਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਉਹ ਕਿੰਨੇ ਇਫੈਕਟ ਪਾ ਕੇ ਇਲੂਜ਼ਨਸ ਉਸ ਚੀਜ਼ ਦਾ ਪੈਦਾ ਕਰ ਦਿੰਦੇ ਨੇ। ਉੱਥੇ ਚੀਜ਼ ਹੁੰਦੀ ਨਹੀਂ ਲੇਕਿਨ ਇਲੂਜ਼ਨਸ ਹੁੰਦੇ ਨੇ, ਯਾਨੀ ਉਹ ਚੀਜ਼ ਹੁੰਦੀ ਨਹੀਂ ਲੇਕਿਨ ਸਾਨੂੰ ਇਸ ਤਰ੍ਹਾਂ ਫੀਲ ਹੋ ਰਿਹਾ ਹੁੰਦਾ ਹੈ ਕਿ ਉਹ ਚੀਜ਼ ਹੈ, ਇਲੂਜ਼ਨ। ਔਰ ਇੱਕ ਇਹਦੇ 'ਚ ਸ਼ਬਦ ਆਇਆ ਕਿ ਅਲਾਓ।
ਇਹ ਜਿਹੜੀਆਂ ਚੀਜ਼ਾਂ ਨੇ ਜ਼ਿਆਦਾਤਰ, ਇਹ ਜਿਹੜੀਆਂ ਚੀਜ਼ਾਂ ਨੇ ਜਿਹੜੀਆਂ ਅਸੀਂ ਗੱਲ ਕੀਤੀਆਂ ਨੇ ਉੱਪਰ, ਕਿ ਇਹ ਸਾਡਾ ਸਟ੍ਰੈਸ, ਇਹ ਜਿਹੜਾ ਅਸੀਂ ਫੀਲ ਕਰ ਰਹੇ ਹਾਂ ਅਨਵਾਂਟਡ ਗੈਸਟ ਜਾਂ ਅਨਵਾਂਟਡ ਇਸ਼ੂ ਦੇ ਨਾਲ ਜਿਹੜੇ ਅਸੀਂ ਸਾਰੇ ਆਪਣੇ ਵਿਵਹਾਰ ਨੂੰ ਡਿਸਕਸ ਕਰਦੇ ਆਏ ਹਾਂ, ਜ਼ਿਆਦਾਤਰ ਹੋ ਸਕਦਾ ਹੈ ਕਿ ਇਹ ਜਿਹੜਾ ਸਟ੍ਰੈਸ ਹੈ, ਇਹ ਜਿਹੜੇ ਡਰਾਵਨੇ ਥਾਟਸ ਨੇ, ਇਹ ਦੂਸਰਿਆਂ ਦੇ ਹੋ ਸਕਦੇ ਨੇ ਜਿਨ੍ਹਾਂ ਨੂੰ ਅਸੀਂ ਅਲਾਉ ਕੀਤਾ ਹੈ ਆਪਣੇ ਆਪ ਨੂੰ ਪ੍ਰਭਾਵਿਤ ਕਰਨ ਲਈ। ਆਈ ਰਿਪੀਟ, ਇਹ ਜਿਹੜੀਆਂ ਸੀਨ ਮੇਰੇ ਅਨਵਾਂਟਡ ਗੈਸਟ ਨੇ ਜੋ ਵੀ ਮੇਰੇ ਆ ਰਹੇ ਨੇ, ਇਹ ਜ਼ਿਆਦਾਤਰ ਹੋ ਸਕਦਾ ਹੈ, ਮੇਰਾ ਸਟ੍ਰੈਸ ਵੀ ਹੋ ਸਕਦਾ ਹੈ, ਲੇਕਿਨ ਜ਼ਿਆਦਾਤਰ ਪੋਸਿਬਿਲਿਟੀਜ਼ ਕੀ ਨੇ ਕਿ ਕਿਸੇ ਦੂਸਰੇ ਦਾ ਸਟ੍ਰੈਸ ਹੈ, ਕਿਸੇ ਦੂਸਰੇ ਦੇ ਡਰਾਵਨੇ ਥਾਟਸ ਨੇ, ਵਿਚਾਰ ਨੇ, ਡਰਿਆ ਹੋਇਆ ਇਨਸਾਨ ਹੈ ਜਿਹੜੇ ਆਪਣੇ ਡਰੇ ਹੋਏ ਵਿਚਾਰਾਂ ਨੂੰ ਮੇਰੀ ਤਰਫ ਭੇਜ ਰਿਹਾ ਹੈ, ਔਰ ਮੈਂ ਉਹਨਾਂ ਨੂੰ ਅਲਾਉ ਕਰ ਦਿੱਤਾ, ਪਰਮਿਸ਼ਨ ਦੇ ਦਿੱਤੀ ਹੈ ਕਿ ਯੈਸ ਤੁਸੀਂ ਮੇਰੇ ਘਰ ਦੇ ਵਿੱਚ ਆ ਸਕਦੇ ਹੋ। ਹੁਣ ਇੱਥੇ ਇੱਕ ਸ਼ਬਦ ਆ ਰਿਹਾ ਹੈ ਅਲਾਉਇੰਗ, ਯਾਨੀ ਨਿਮੰਤਰਣ, ਕਿਸੇ ਨੂੰ ਨਿਮੰਤਰਣ ਦੇ ਦੇਣਾ, ਅਲਾਉ ਕਰ ਦੇਣਾ, ਕਿਸੇ ਨੂੰ ਇਨਵੀਟੇਸ਼ਨ ਦੇ ਦੇਣਾ ਕਿ ਯੈਸ ਬਈ ਮੇਰੇ ਘਰ ਦੇ ਦਰਵਾਜ਼ੇ ਖੁੱਲੇ ਨੇ, ਤੂੰ ਆ ਜਾ। ਹੁਣ ਇਹ ਇਸ ਤਰ੍ਹਾਂ ਨਹੀਂ ਹੋ ਸਕਦਾ, ਕਈ ਵਾਰੀ ਤਾਂ ਮੈਂ ਜ਼ਰੂਰੀ ਨਹੀਂ ਹੈ ਕਿ ਮੈਂ ਕਿਸੇ ਨੂੰ ਦਰਵਾਜ਼ੇ ਖੋਲ ਕੇ ਹੀ ਕਹਾਂ ਕਿ ਹਾਂ ਬਈ ਆਓ ਤੁਸੀਂ ਮੇਰੇ ਘਰ ਦੇ ਵਿੱਚ, ਲੇਕਿਨ ਕਈ ਵਾਰੀ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਮੈਂ ਬਿਨਾਂ ਬੋਲੇ ਵੀ ਆਪਣੀ ਪਰਮਿਸ਼ਨ ਦੇ ਦਿੰਦੀ ਹਾਂ। ਉਹ ਇਸ ਤਰੀਕੇ ਦੇ ਨਾਲ, ਮੰਨ ਲਓ ਕਿ ਕੋਈ ਚੀਜ਼ ਇਤਨੀ ਟਾਈਮ ਕ੍ਰੀਏਟ ਹੋ ਰਹੀ ਹੈ ਕਿ ਮੈਂ ਡਰ ਕੇ ਨਹੀਂ, ਬਸ ਹਥਿਆਰ ਸੁੱਟ ਦਿੱਤੇ, ਇਤਨੇ ਟਾਈਮ ਕੋਈ ਚੀਜ਼ ਹੋ ਗਈ ਕਿ ਮੈਂ ਹਥਿਆਰ ਸੁੱਟ ਦਿੱਤਾ। ਇਹਨੂੰ ਅਸੀਂ ਇਸ ਤਰ੍ਹਾਂ ਸਮਝੀਏ ਕਿ ਮੰਨ ਲਓ ਮੈਂ ਕਿਸੇ ਕੋਲੋਂ, ਮੈਂ ਸਵੇਰੇ ਕਿਤੇ ਜਾਣਾ ਹੈ ਔਰ ਮੈਨੂੰ ਫੋਨ ਚਾਹੀਦਾ ਹੈ ਔਰ ਮੇਰੇ ਪਾਵਰ ਬੈਂਕ ਚਾਹੀਦਾ ਹੈ, ਫੋਨ ਤਾਂ ਮੇਰੇ ਕੋਲ ਹੈ, ਔਰ ਮੈਂ ਆਪਣੇ ਬ੍ਰਦਰ ਨੂੰ ਕਿਹਾ ਕਿ ਤੂੰ ਮੈਨੂੰ ਪਾਵਰ ਬੈਂਕ ਦੇ ਦੇ, ਔਰ ਉਹਨੇ ਕਿਹਾ ਮੈਂ ਕਿਉਂਕਿ ਮੈਂ ਸਵੇਰੇ ਬਾਹਰ ਜਾਣਾ ਹੈ, ਮੈਨੂੰ ਪਾਵਰ ਬੈਂਕ ਚਾਹੀਦਾ ਹੈ, ਤੇ ਉਹਨੇ ਮੈਨੂੰ ਦਿੱਤਾ ਨਹੀਂ, ਔਰ ਕਾਫੀ ਸੀਨ ਕ੍ਰੀਏਟ ਕੀਤਾ ਕਿ ਮੈਂ ਤਾਂ ਨਹੀਂ ਦੇਣਾ। ਮੈਨੂੰ ਵੀ ਗੁੱਸਾ ਆ ਗਿਆ ਕਿ ਬਈ ਇਹਨੇ ਮੈਨੂੰ ਦੇ ਸਕਦਾ ਸੀ ਨਾ, ਦਿੱਤਾ ਕਿਉਂ ਨਹੀਂ। ਲੇਕਿਨ ਜਦੋਂ ਮੈਂ ਸਵੇਰੇ ਜਾਣ ਲੱਗੀ ਹਾਂ ਔਰ ਮੈਂ ਦੇਖਿਆ ਕਿ ਮੇਰੇ ਡਰਾਇੰਗ ਰੂਮ ਦੇ ਵਿੱਚ ਟੇਬਲ ਦੇ ਉੱਤੇ ਬਿਲਕੁਲ ਸਾਹਮਣੇ ਉਹ ਪਾਵਰ ਬੈਂਕ ਪਿਆ ਹੈ, ਇਟ ਮੀਨਸ ਮੇਰੇ ਬ੍ਰਦਰ ਨੇ ਮੇਰੇ ਨਾ ਬੋਲਿਆ ਹੋਏ ਵੀ, ਬਿਨਾਂ ਕਿਸੇ ਕਾਰਨ ਦੇ ਵੀ, ਬਿਨਾਂ ਕਿਸੇ ਐਕਸਪ੍ਰੈਸ਼ਨ ਦੇ ਵੀ ਮੈਨੂੰ ਇਹ ਪਰਮਿਸ਼ਨ ਦੇ ਦਿੱਤੀ ਕਿ ਮੈਂ ਉਹਦਾ ਪਾਵਰ ਬੈਂਕ ਲੈ ਕੇ ਜਾ ਸਕਦੀ ਹਾਂ, ਔਰ ਮੈਂ ਉਹਦਾ ਪਾਵਰ ਬੈਂਕ ਚੁੱਕ ਕੇ ਉਹਨੂੰ ਯੂਜ਼ ਕਰਨਾ ਸ਼ੁਰੂ ਕਰ ਦੇਣੀ ਆ। ਜ਼ਿਆਦਾਤਰ ਸਾਡੇ ਕੋਲੋਂ ਇਸ ਤਰੀਕੇ ਦੀ ਪਰਮਿਸ਼ਨ ਜੋ ਹੈ ਅਨਵਾਂਟਡ ਗੈਸਟ ਨੂੰ ਦੇ ਦਿੱਤੀ ਜਾਂਦੀ ਹੈ। ਔਰ ਹੁਣ ਇਹ ਜਿਹੜੇ ਇਸ਼ੂਜ਼ ਨੇ, ਅਨਵਾਂਟਡ ਗੈਸਟ ਨੇ, ਇਹਨਾਂ ਦੇ ਨਾਲ ਸਾਨੂੰ ਜੋ, ਕਿਉਂਕਿ ਅਸੀਂ ਸਿੱਖਣਾ ਹੈ ਨਾ, ਇਹਨਾਂ ਨਾਲ ਸਾਨੂੰ ਘਿਰਣਾ ਕਰਨ ਦੀ, ਗੁੱਸਾ ਕਰਨ ਦੀ, ਇਹਨਾਂ ਨੂੰ ਹੇਟਰੇਟ ਨਾ ਦੇਖਣ ਦੀ, ਇਹਨਾਂ ਨੂੰ ਇਹ ਸੋਚਣਾ ਕਿ ਇਹ ਤਾਂ ਬੜੇ ਨਿਮਾਣੇ ਜੇ ਨੇ, ਬੜੇ ਜਿੱਦਾਂ ਕਹਿੰਦੇ ਨਾ ਕਿ ਤੁੱਛ ਨੇ, ਬੜੇ ਨੀਵੇਂ ਨੇ, ਹੈ ਲੋਅਰ ਕੈਟੇਗਰੀ ਦੇ ਨੇ, ਮੇਰੇ ਨਾਲ ਸੂਟ ਕਰਦੇ, ਇਹਨਾਂ ਨੂੰ ਅਸੀਂ ਇਸ ਤਰੀਕੇ ਦੇ ਨਾਲ, ਇਹਨਾਂ ਨਾਲ ਅਸੀਂ ਡੀਲ ਨਹੀਂ ਕਰਨਾ ਹੈ। ਕਿਉਂਕਿ ਇਹ ਵੀ ਜਿਹੜੇ ਥਾਟ ਨੇ, ਅਨਵਾਂਟਡ ਜਿਹੜੇ ਮੇਰੇ ਗੈਸਟ ਨੇ, ਅਵਾਂਛਿਤ ਪ੍ਰਭਾਵ ਨੇ, ਮੇਰੇ ਜਿਹੜੇ ਮੇਰੇ ਅਨਇਨਵਾਈਟਡ ਇਨਫਲੂਐਂਸਸ ਨੇ, ਜਿਹੜੇ ਮੇਰੇ ਉੱਤੇ ਛਾਪ ਜਿਹੜੀ ਪੈ ਰਹੀ ਹੈ ਇਸ ਟਾਈਮ, ਇਹ ਸਾਰੇ ਕੀ ਨੇ, ਉਸੇ ਹੀ ਕ੍ਰੀਏਸ਼ਨ ਦੁਆਰਾ ਬਣਾਏ ਗਏ ਨੇ, ਉਸੇ ਹੀ ਪਿਆਰ ਦੇ ਨਾਲ, ਉਸੇ ਹੀ ਲਵ એનર્ਜੀ ਦੇ ਨਾਲ, ਉਸੇ ਹੀ ਪ੍ਰਕਾਸ਼ ਨਾਲ, ਗਿਆਨ ਦੇ ਪ੍ਰਕਾਸ਼ ਨਾਲ, ਉਸੇ ਗਿਆਨ ਦੇ ਪ੍ਰਕਾਸ਼ ਨਾਲ ਇਹ ਵੀ ਬਣੇ ਨੇ ਜਿਹਦੇ ਨਾਲ ਮੈਂ ਬਣੀ ਹੋਈ ਹਾਂ। ਫਰਕ ਸਿਰਫ ਇਤਨਾ ਹੀ ਹੈ ਕਿ ਉਹ ਇਸ ਟਾਈਮ ਡਰੇ ਹੋਏ ਨੇ, ਕਨਫਿਊਜ਼ਡ ਨੇ, ਉਹਨਾਂ ਨੂੰ ਸਮਝ ਨਹੀਂ ਆ ਰਿਹਾ, ਔਰ ਇੱਕ ਉਹਨਾਂ ਨੇ ਆਪਣੇ ਸਾਹਮਣੇ ਇੱਕ ਇਲੂਜ਼ਨ ਬਣਾ ਲਿਆ ਕਿ ਉਹ ਉਸ ਅਕਾਲ ਪੁਰਖ ਦੇ ਨਾਲੋਂ ਬਿਲਕੁਲ ਅਲੱਗ ਨੇ, ਉਹ ਉਹਨਾਂ ਦੇ ਨਾਲੋਂ ਜੁੜੇ ਹੋਏ ਨਹੀਂ ਨੇ, ਉਹ ਅਕਾਲ ਪੁਰਖ ਤੋਂ ਬਿਲਕੁਲ ਅਲੱਗ ਨੇ। ਇਹ ਉਹਨਾਂ ਨੇ ਇੱਕ ਇਲੂਜ਼ਨ ਆਪਣੇ ਅੰਦਰ ਭਰਮ ਪੈਦਾ ਕਰ ਲਿਆ, ਮਾਇਆ ਉਹਨਾਂ ਦੇ ਚਾਰੇ ਪਾਸੇ ਉਹਨਾਂ ਦੇ ਕ੍ਰੀਏਟ ਕਰ ਲਈ ਹੈ ਉਹਨਾਂ ਨੇ, ਲੇਕਿਨ ਹੈਗੇ ਉਹ ਬਿਲਕੁਲ ਉਸ ਤਰ੍ਹਾਂ ਦੇ ਨੇ ਜਿਸ ਤਰ੍ਹਾਂ ਦੇ ਅਸੀਂ ਬਣੇ ਆ, ਉਸੇ ਮਟੀਰੀਅਲ ਤੋਂ ਬਣੇ ਨੇ ਜਿਸ ਮਟੀਰੀਅਲ ਤੋਂ ਅਸੀਂ ਬਣੇ ਆ, ਖਾਲੀ ਭਰਮ ਦੀ ਦੀਵਾਰ ਉਹਨਾਂ ਦੀ ਜਰਾ ਜ਼ਿਆਦਾ ਆ ਗਈ ਹੈ। ਔਰ ਅਸੀਂ ਵੀ ਉਹਨਾਂ ਤੋਂ ਕੁਝ ਅਲੱਗ ਨਹੀਂ ਆ, ਕੁਝ ਡਿਗਰੀ ਦਾ ਫਰਕ ਹੈ। ਅਸੀਂ ਵੀ ਤਾਂ ਆਪਣੇ ਆਪ ਨੂੰ ਪਰਮਾਤਮਾ ਤੋਂ ਅਲੱਗ ਸਮਝ ਰਹੇ ਹਾਂ ਨਾ, ਸਾਡਾ ਵੀ ਤਾਂ ਇਲੂਜ਼ਨ ਹੀ ਹੈ ਨਾ, ਅਸੀਂ ਵੀ ਤਾਂ ਸਿੱਖ ਕੀ ਰਹੇ ਹਾਂ ਕਿ ਅਸੀਂ ਪਰਮਾਤਮਾ ਦੇ ਅੰਸ਼ ਹਾਂ, ਪ੍ਰੈਕਟਿਸ ਕੀ ਕਰ ਰਹੇ ਹਾਂ। ਅਗਰ ਮੈਨੂੰ ਯਾਦ ਹੁੰਦਾ ਤਾਂ ਮੈਨੂੰ ਪ੍ਰੈਕਟਿਸ ਕਰਨ ਦੀ ਲੋੜ ਹੀ ਨਹੀਂ ਸੀ, ਹੈ ਨਾ। ਫਿਰ ਕਿਉਂ ਮੈਨੇ ਕਿ ਅਸੀਂ ਸਤਸੰਗ ਕਰ ਰਹੇ ਹਾਂ, ਤੀਰਥਾਂ ਤੇ ਜਾ ਰਹੇ ਹਾਂ, ਕੀ ਕਰ ਰਹੇ ਹਾਂ, ਤਾਂ ਕਿ ਸਾਨੂੰ ਯਾਦ ਆ ਜਾਏ ਕਿ ਅਸੀਂ ਪਰਮਾਤਮਾ ਦਾ ਅੰਸ਼ ਹਾਂ, ਅਸੀਂ ਉਹਦੇ ਵਰਗਾ ਹੀ ਵਿਵਹਾਰ ਕਰਨਾ ਹੈ। ਸਾਰੇ ਹੀ ਪਰਮਾਤਮਾ ਦਾ ਅੰਸ਼ ਨੇ, ਇਲੂਜ਼ਨ ਦੇ ਵਿੱਚ ਅਸੀਂ ਵੀ ਹਾਂ, ਲੇਕਿਨ ਡਿਗਰੀ ਦਾ ਫਰਕ ਹੈ। ਇਹ ਡਿਗਰੀ ਹੋ ਸਕਦਾ ਹੈ 10 ਡਿਗਰੀ ਦੀ ਹੋਏ, ਕਿਸੇ ਦੀ ਕੋਈ 50 ਤੇ ਹੋਏ, ਕੋਈ 100 ਤੇ ਹੋਏ,
अलग अलग डिग्रीज हो सकदियां ने, लेकिन हैगे ਅਸੀਂ भी भ्रम ਦੇ ਵਿੱਚ ਹੀ ਆ, ਇਲੂਜਨ ਦੇ ਵਿੱਚ ਵੀ ਨੇ, ਉਹ ਜ਼ਰਾ ਜ਼ਿਆਦਾ ਨੇ। ਜਿਸ ਤਰ੍ਹਾਂ ਕਿ 4 ਅਵਸਥਾਵਾਂ ਹੁੰਦੀਆਂ ਨੇ ਸਾਡੀਆਂ, ਇੱਕ ਹੁੰਦੀ ਹੈ ਸੁਪਨ ਅਵਸਥਾ, ਇੱਕ ਹੁੰਦੀ ਜਾਗਰਤ ਅਵਸਥਾ, ਇੱਕ ਹੁੰਦੀ ਹੈ ਸੁਪਨ ਅਵਸਥਾ, ਇੱਕ ਹੁੰਦੀ ਸੁਸੁਪਤੀ ਜਿਹਨੂੰ ਕਹਿੰਦੇ ਆ, ਸੁਸ਼ੁਪਤੀ ਜਿਸ ਨੂੰ ਅਸੀਂ ਬੋਲਦੇ ਆ ਨਾ, ਫਿਰ ਇੱਕ ਹੁੰਦੀ ਹੈ ਹਾਇਰ ਅਵਸਥਾ, ਜਿਸ ਨੂੰ ਅਸੀਂ ਤੰਦਰਾ ਸੌਰੀ ਜਿਹਨੂੰ ਅਸੀਂ ਕਹਿ ਦਿੰਦੇ ਆ ਕਿ ਸੌਰੀ ਇਸ ਟਾਈਮ ਨਹੀਂ ਆ ਰਿਹਾ, ਦਿਮਾਗ 'ਚ ਨਹੀਂ ਆ ਰਿਹਾ, ਜਿਹਨੂੰ ਕਿ ਅਸੀਂ ਤੁਰਿਆ ਅਵਸਥਾ ਹੈ ਨਾ, ਇੱਕ ਤੰਦਰਾ ਆਉਂਦੀ ਹੈ, ਇੱਕ ਤੁਰਿਆ ਆਉਂਦੀ ਹੈ, ਤੇ ਅਸੀਂ ਵੀ 4 ਅਵਸਥਾਵਾਂ ਦੇ ਵਿੱਚ ਆਪਣੇ ਜੀਵਨ ਬਤੀਤ ਕਰੀ ਜਾ ਰਹੇ ਹਾਂ। ਠੀਕ ਇਸੇ ਤਰੀਕੇ ਨਾਲ ਇਲੂਜਨ ਦੀ ਮਾਤਰਾ ਅਲੱਗ-ਅਲੱਗ ਹੋ ਸਕਦੀ, ਲੇਕਿਨ ਹੈ ਕਿ ਅਸੀਂ ਵੀ ਇਲੂਜਨ 'ਚ ਆ, ਉਹ ਸਾਡੇ ਤੋਂ ਜ਼ਿਆਦਾ ਗਹਿਰੇ ਇਲੂਜਨ ਦੇ ਵਿੱਚ ਨੇ, ਜ਼ਿਆਦਾ ਬੇਹੋਸ਼ ਨੇ। ਜਿਵੇਂ ਕੋਮਾ ਨਹੀਂ ਹੁੰਦਾ, ਕਈ ਬੰਦਾ ਸੁੱਤਾ ਹੁੰਦਾ, ਕੋਈ ਜਾਗਿਆ ਹੁੰਦਾ, ਕੋਈ ਕੋਮਾ ਦੇ ਵਿੱਚ ਹੁੰਦਾ, ਕੋਈ ਬੇਹੋਸ਼ ਹੁੰਦਾ, ਕੋਈ ਅਰਧ ਬੇਹੋਸ਼ ਹੁੰਦਾ, ਕੋਈ ਅੱਧਾ ਜਾਗਾ ਅੱਧਾ ਸੁੱਤਾ ਹੈ ਨਾ। ਇਸ ਤਰੀਕੇ ਦੇ ਨਾਲ ਲੈਵਲ ਅਲੱਗ-ਅਲੱਗ ਹੋ ਸਕਦੇ ਨੇ, ਲੇਕਿਨ ਹੈਗੇ ਅਸੀਂ ਸਾਰੇ ਹੀ ਇੱਕ ਇਲੂਜਨ ਦੇ ਵਿੱਚ ਆ, ਤਾਂ ਅਸੀਂ ਅਲੱਗ ਨਹੀਂ ਹੋ ਸਕਦੇ। ਇਹ ਵੀ ਹੋ ਸਕਦਾ ਹੈ ਕਿ ਅਸੀਂ ਵੀ ਕਿਸੇ ਦੇ ਲਈ ਅਨਵਾਂਟਡ ਗੈਸਟ ਹੋ ਸਕਦੇ ਹਾਂ, ਪੋਸੀਬਿਲਿਟੀ ਹੈ, ਕਿਉਂਕਿ ਸਾਡੇ ਕੋਲੋਂ ਵੀ ਕਦੀ ਨਾ ਕਦੀ ਇਹੋ ਜਿਹਾ ਵਿਵਹਾਰ ਹੋ ਹੀ ਜਾਂਦਾ ਨਾ, ਇਲੂਜਨ ਦੇ ਵਿੱਚ ਅਸੀਂ ਵੀ ਕਦੀ ਨਾ ਕਦੀ ਇਸ ਤਰੀਕੇ ਨਾਲ ਫਸ ਹੀ ਜਾਂਦੇ ਹਾਂ, ਔਰ ਸਾਡਾ ਜਿਹੜਾ ਵਿਵਹਾਰ ਹੈ ਉਹ ਕਿਸੇ ਲਈ ਅਨਵਾਂਟਡ ਗੈਸਟ ਜਾਂ ਅਵਾਂਛਿਤ ਪ੍ਰਭਾਵ ਬਣ ਸਕਦਾ ਹੈ, ਬਣਿਆ ਹੋਏਗਾ ਹੀ। ਅਸੀਂ ਵੀ ਕਈਆਂ ਲਈ ਅਵਾਂਛਿਤ ਪ੍ਰਭਾਵ ਸਾਡੇ ਅਸੀਂ ਇੰਪ੍ਰੈਸ਼ਨ ਛੋੜਿਆ ਹੋਣਾ ਕਿਸੇ ਦੇ ਵਿੱਚ। ਇਹ ਵੀ ਹੋ ਸਕਦਾ ਹੈ ਕਿ ਕਿਸੇ ਦੂਸਰੇ ਜਨਮ ਦੇ ਵਿੱਚ, ਯਾਨੀ ਅੱਜ ਦੇ ਜੀਵਨ ਦੇ ਵਿੱਚ ਨਹੀਂ, ਪਿਛਲੇ ਕਿਸੇ ਜਨਮ ਦੇ ਵਿੱਚ, ਪਾਸ ਦੇ ਵਿੱਚ, ਜਦੋਂ ਸਾਡੀ ਮ੍ਰਿਤਿੂ ਹੋਈ ਹੋਏ, ਅਸੀਂ ਜਦੋਂ ਸਰੀਰ ਛੋੜਿਆ ਹੋਏ, ਅਸੀਂ ਇਤਨੇ ਕੁ ਕਨਫਿਊਜ਼ ਹੋਈਏ, ਇਤਨੇ ਕੁ ਡਰੇ ਹੋਈਏ ਕਿ ਅਸੀਂ ਜਿਹੜੀ ਸਾਨੂੰ ਆਸੇ ਪਾਸੇ ਹੈਲਪ ਤਾਂ ਦੇਖੋ ਸਭ ਨੂੰ ਮਿਲ ਰਹੀ ਹੈ, ਪਰਮਾਤਮਾ ਸਾਰਿਆਂ ਦੀ ਹੈਲਪ ਕਰ ਹੀ ਰਿਹਾ ਹੈ, ਕਿਉਂਕਿ ਸਾਡੇ ਅੰਦਰ ਜਿਹੜਾ ਹਾਇਰ ਸੈਲਫ ਹੈ ਉਹ ਬੈਠ ਕੇ ਸਾਨੂੰ ਆਵਾਜ਼ਾਂ ਦੇ ਹੀ ਰਿਹਾ, ਸਭ ਨੂੰ ਦੇ ਰਿਹਾ, ਨੌਨ ਸਟਾਪ ਦੇ ਰਿਹਾ, ਬਿਨਾਂ ਰੁਕੇ ਨੌਨ ਸਟਾਪ ਦੇ ਰਿਹਾ। ਅਸੀਂ ਨਹੀਂ ਸੁਣ ਰਹੇ, ਇਹ ਤਾਂ ਸਾਨੂੰ ਪਤਾ ਚੱਲ ਗਿਆ ਕਿ ਅਸੀਂ ਨਹੀਂ ਸੁਣ ਰਹੇ, ਹੈਲਪ ਤਾਂ ਆ ਹੀ ਰਹੀ ਹੈ ਸਾਨੂੰ, ਲੇਕਿਨ ਅਸੀਂ ਇਤਨੇ ਆਪਣੇ ਅੰਦਰ ਇਲੂਜਨ ਦੇ ਵਿੱਚ, ਆਪਣੀ ਮਾਇਆ ਦੇ ਵਿੱਚ ਇਤਨੇ ਕੁ ਫਸ ਗਏ ਕਿ ਉਸੇ ਮਾਇਆ ਦੇ ਦੌਰਾਨ, ਉਸੇ ਡਰ ਦੇ ਵਿੱਚ, ਉਸੇ ਕਨਫਿਊਜ਼ਨ ਦੇ ਵਿੱਚ ਅਸੀਂ ਸਾਹਮਣੇ ਵਾਲੇ ਦੀ ਹੈਲਪ ਵੀ ਨਹੀਂ ਲਈ, ਔਰ ਅਸੀਂ ਆਪਣਾ ਸਰੀਰ ਛੋੜ ਦਿੱਤਾ। ਔਰ ਹੁਣ ਉਹ ਜਿਹੜਾ ਟਾਈਮ ਜੋ ਹੈ, ਅਸੀਂ ਕੀ ਕਰਦੇ ਪਏ ਹਾਂ, ਜਾਣੇ ਅਣਜਾਣੇ ਹੀ ਅਸੀਂ ਕਿਸੇ ਦੂਸਰੇ ਦੇ ਵਾਸਤੇ ਅਨਵਾਂਟਡ ਇਸ਼ੂ, ਅਨਇਨਵਾਈਟਡ ਇਨਫਲੂਐਂਸ ਬਣ ਰਹੇ ਹਾਂ, ਬਣ ਚੁੱਕੇ ਹਾਂ, ਹੈ ਨਾ। ਔਰ ਸਾਹਮਣੇ ਵਾਲੇ ਦੀ ਨੈਗੇਟਿਵਿਟੀ ਨੂੰ, ਸਾਹਮਣੇ ਵਾਲੇ ਦੇ ਡਰ ਨੂੰ ਅਸੀਂ ਹੋਰ ਜਿਹਨੂੰ ਕਹਿੰਦੇ ਨਾ ਕਿ ਇਨਹਾਂਸ ਕਰ ਰਹੇ ਹੁੰਦੇ ਆ, ਕਿ ਡਰ ਦੀ ਫੀਲਿੰਗ, ਜਿਸ ਤੋਂ ਪਹਿਲੇ ਅਸੀਂ ਕਿਹਾ ਕਿ ਡਰਨ ਦਾ ਕੋਈ ਕਾਰਨ ਨਹੀਂ ਹੁੰਦਾ, ਲੇਕਿਨ ਅਚਾਨਕ ਸਾਨੂੰ ਡਰ ਦੀ ਫੀਲਿੰਗ ਆ ਜਾਂਦੀ ਹੈ। ਤਾਂ ਇਹ ਜਿਹੜੇ ਨੇ ਕਿਸੇ ਦੂਸਰੇ ਜਨਮ ਦਾ ਵੀ ਹੋ ਸਕਦਾ ਹੈ, ਸਾਡਾ ਅਸੀਂ ਵੀ ਕਰ ਸਕਦੇ ਹਾਂ। ਇਹਦੇ ਲਈ ਅਸੀਂ ਇਹਨਾਂ ਚੀਜ਼ਾਂ ਦੇ ਨਾਲ ਜਦੋਂ ਅਸੀਂ ਡੀਲ ਕਰਨਾ ਹੈ, ਇਹਨਾਂ ਨੂੰ ਅਸੀਂ ਹੇਟਡ ਦੇ ਨਾਲ ਨਹੀਂ ਦੇਖਣਾ ਹੈ। ਇਹ ਜਿਹੜੇ ਅਨਵਾਂਟਡ ਇਸ਼ੂਜ਼ ਨੇ, ਅਨਇਨਵਾਈਟਡ ਇਨਫਲੂਐਂਸਿਸ ਨੇ, ਅਵਾਂਛਿਤ ਪ੍ਰਭਾਵ ਨੇ, ਜਿਹੜੇ ਸਾਡੇ ਇੰਪ੍ਰੈਸ਼ਨਸ ਜਿਹੜੇ ਮੇਰੇ ਦਿਲ ਔਰ ਦਿਮਾਗ ਦੇ ਉੱਤੇ ਪੈ ਚੁੱਕੇ ਨੇ, ਇਹਨਾਂ ਨਾਲ ਅਸੀਂ ਡੀਲ ਕਿਸ ਤਰ੍ਹਾਂ ਕਰਨਾ ਹੈ, ਆਪਣੇ ਪਿਆਰ ਨੂੰ ਭੇਜਣਾ ਹੈ। ਔਰ ਜਦੋਂ ਕਿ ਅਸੀਂ ਜਿਹੜੀਆਂ 6 ਪੰਕਤੀਆਂ ਸਿੱਖੀਆਂ ਸੀਗੀਆਂ, ਉਹ ਲਵ ਐਨਰਜੀ ਇਹਨਾਂ ਨੂੰ ਭੇਜਣੀ ਹੈ, ਲਾਈਟ ਭੇਜਣੀ ਹੈ, ਪ੍ਰਕਾਸ਼ ਭੇਜਣਾ ਹੈ, ਨਾ ਕਿ ਇਹਨਾਂ ਨੂੰ ਅਸੀਂ ਲੋਅਰ ਕਰਕੇ ਗਿਣਨਾ ਕਿ ਲੋਅਰ ਫ੍ਰੀਕੁਐਂਸੀ ਦੇ ਨੇ ਤੇ ਇਹ ਮੇਰੇ ਤੋਂ ਅਲੱਗ ਨੇ। ਇਹ ਮੇਰੇ ਤੋਂ ਅਲੱਗ ਬਿਲਕੁਲ ਵੀ ਨਹੀਂ ਨੇ, ਮੇਰਾ ਹੀ ਹਿੱਸਾ ਹੀ ਨੇ। ਔਰ ਇਸ ਤੋਂ ਅਗਲਾ ਜਿਹੜਾ ਹੈ, ਜਿਹੜਾ ਅਸੀਂ ਟੂਲ ਦੀ ਗੱਲ ਕੀਤੀ ਸੀ, ਉਸ ਟੂਲ ਦੇ ਬਾਰੇ ਅਸੀਂ ਕੱਲ ਡਿਸਕਸ ਕਰਾਂਗੇ, ਸ਼ੇਅਰ ਕਰਾਂਗੇ। ਅੱਜ ਦਾ ਹੁਣ ਜਿਹੜਾ ਸਾਡਾ ਚੈਪਟਰ ਸੀ ਉਹ ਇੱਥੇ ਸਾਡਾ ਖਤਮ ਹੋ ਰਿਹਾ ਹੈ। ਔਰ ਇਸ ਦਰਮਿਆਨ ਕਿਉਂਕਿ ਇਹ ਅਨਇਨਵਾਈਟਡ ਇਸ਼ੂਜ਼ ਜਿਹੜੇ ਨੇ, ਇਹ ਬਹੁਤ ਸੀਰੀਅਸ ਮੈਟਰ ਹੈ, ਅਸੀਂ ਜ਼ਰੂਰ ਸ਼ੇਅਰ ਕਰੀਏ। ਸਾਡੇ ਕੋਲ ਹੈ ਹਾਲੇ 5-7 ਮਿੰਟ, ਜ਼ਰੂਰ ਸ਼ੇਅਰ ਕਰੀਏ ਕਿ ਅਗਰ ਕੁਝ ਸਾਨੂੰ ਕਲੈਰਿਟੀ ਨਹੀਂ ਹੈ ਔਰ ਡੀਲ ਕਰਨ ਦੇ ਬਾਰੇ, ਜਾਂ ਜ਼ਰੂਰ ਅਸੀਂ ਸ਼ੇਅਰ ਕਰੀਏ ਤਾਂ ਕਿ ਅਸੀਂ ਉਸ ਟੌਪਿਕ ਦੇ ਉੱਤੇ ਗੱਲ ਕਰ ਸਕੀਏ, ਨਹੀਂ ਤਾਂ ਫਿਰ ਅਸੀਂ ਧਿਆਨ ਦੇ ਵਿੱਚ ਜਾਈਏ। ਹੈਲੋ, ਕਿਉਂਕਿ ਮੈਨੂੰ ਸਕਰੀਨ ਦੇ ਉੱਤੇ ਕਿਸੇ ਦਾ ਚਿਹਰਾ ਦਿਖਾਈ ਨਹੀਂ ਦੇ ਰਿਹਾ ਔਰ ਸਭ ਨੇ ਆਪਣੇ ਵੀਡੀਓਜ਼ ਆਫ ਕਰਕੇ ਰੱਖੇ ਹੈ, तो मैंने दिखाई नहीं दे रहा। तो मैंने खाली कोई भी जना बोल के जरूर दसे कि जो भी टॉपिक अज असी समझिया ए सब नु क्लियर है। हेलो,
हाँ जी, सत श्री अकाल। हाँ जी, टॉपिक बिल्कुल क्लियर है ते प्रैक्टिस करनी पेगी और आई थिंक मैं मेडिटेशन ਲਈ ਤਿਆਰ ਹੈ। ਮੈਡੀਟੇਸ਼ਨ 'ਚ ਜ਼ਿਆਦਾ ਚੀਜ਼ਾਂ ਕਲੀਅਰ ਹੋ ਜਾਂਦੀਆਂ। ਓਕੇ, ਤਾਂ ਫਿਰ ਠੀਕ ਹੈ। ਅੱਜ ਅਸੀਂ ਫਿਰ ਹੁਣ ਅਸੀਂ ਮੈਡੀਟੇਸ਼ਨ ਲਈ ਤਿਆਰ ਹੋ ਜਾਣੇ ਆ ਡੀਲ ਕਰਨ ਲਈ ਜਿਹੜੇ ਅਨਵਾਂਟਡ ਇਸ਼ੂਜ਼ ਨੇ, ਅਨਵਾਂਟਡ ਗੈਸਟ ਜਿਹੜੇ ਸਾਡੇ ਜਾਣੇ ਅਣਜਾਣੇ ਬਿਨਾਂ ਸਾਡੇ ਸਮਝੇ ਵੀ ਸਾਡੇ ਕੋਲ ਆ ਗਏ ਨੇ, ਇਹਨਾਂ ਨੂੰ ਅਸੀਂ ਡੀਲ ਕਰਨਾ ਸਿੱਖ ਰਹੇ ਹਾਂ। ਇਸ ਦੇ ਲਈ ਅਸੀਂ ਸਭ ਤੋਂ ਪਹਿਲੇ ਥੋੜਾ ਜਿਹਾ ਪਾਣੀ ਪੀਵਾਂਗੇ। ਅੱਗੇ ਤੋਂ ਜਦੋਂ ਵੀ ਅਸੀਂ ਬੈਠੀਏ ਆਪਣੀ ਸਿਟਿੰਗ ਦੇ ਵਿੱਚ ਪਾਣੀ ਦੀ ਬੋਟਲ ਹਮੇਸ਼ਾ ਆਪਣੇ ਕੋਲ ਲੈ ਕੇ ਬੈਠੀਏ, ਕਿਉਂਕਿ ਜਲ ਪਾਣੀ ਜਿਹੜਾ ਹੈ ਉਹ ਸਾਡਾ ਹੀਲਿੰਗ ਕਰਨ ਦੇ ਵਿੱਚ ਸਾਡਾ ਇੱਕ ਬਹੁਤ ਬੈਸਟ ਟੂਲ ਸਾਬਿਤ ਹੋ ਸਕਦਾ ਹੈ। ਤਾਂ ਪਾਣੀ ਦਾ ਇੱਕ ਘੁੱਟ ਭਰ ਲਈਏ। ਚਸ਼ਮਾ ਹੈ, ਚਸ਼ਮੇ ਨੂੰ ਉਤਾਰ ਦਈਏ, ਅੱਖਾਂ ਬੰਦ ਕਰ ਲਈਏ। ਚੌਂਕੜੀ ਮਾਰ ਲਾਂਗੇ। ਹੱਥਾਂ ਨੂੰ ਹੱਥ ਨੂੰ ਕਲੋਜ਼ ਕਰ ਲਾਂਗੇ। ਲੱਤਾਂ ਲੈਗਸ ਕ੍ਰਾਸ ਕਰਾਂਗੇ। ਕੋਸ਼ਿਸ਼ ਕਰੀਏ ਸਾਡੀ ਜਿਹੜੀ ਬੈਕ ਹੈ ਉਹ ਬਿਲਕੁਲ ਸਟ੍ਰੇਟ ਹੋ ਜਾਏ, ਤਾਂ ਕਿ ਅਲਾਈਨਮੈਂਟ ਜਿਹੜੀ ਹੈ ਪੂਰੀ ਦੀ ਪੂਰੀ ਬਣ ਜਾਏ। ਅਲਾਈਨਮੈਂਟ ਹੋ ਜਾਏ ਸਾਡੀ ਹਾਇਰ ਸੈਲਫ ਦੇ ਨਾਲ, ਉੱਪਰ ਦੇ ਨਾਲ ਬੋਡੀ ਦੀ ਅਲਾਈਨਮੈਂਟ ਹੋ ਜਾਏ ਪੂਰੀ ਦੀ ਪੂਰੀ। ਅਗਰ ਬੈਕ ਕੋਈ ਸਪੋਰਟ ਲੈ ਸਕਨੇ ਹਾਂ ਅਸੀਂ, ਖਾਲੀ ਗਰਦਨ ਨੂੰ ਸਪੋਰਟ ਨਹੀਂ ਦੇਣੀ ਹੈ, ਬੈਕ ਦੀ ਇੱਥੋਂ ਤੱਕ ਅਸੀਂ ਸਪੋਰਟ ਦੇ ਸਕਦੇ ਹਾਂ। ਸੋ ਅੱਖਾਂ ਬਿਲਕੁਲ ਬੰਦ ਹੈ, ਹੱਥ ਕ੍ਰਾਸ। ਪਰ ਅਗਰ ਅਸੀਂ ਸੋਫੇ ਜਾਂ ਬੈੱਡ ਤੇ ਬੈਠੇ ਹਾਂ ਤਾਂ ਲੱਤਾਂ ਨੂੰ ਕ੍ਰਾਸ ਕਰ ਲੈਣਾ ਹੈ। ਅਗਰ ਸਾਡੇ ਕੋਲ ਚੌਂਕੜੀ ਸੁਖਾਸਨ 'ਚ ਨਹੀਂ ਬੈਠ ਸਕਦੇ ਤਾਂ ਚੌਂਕੜੀ ਨਹੀਂ ਵੱਜਦੀ, ਤਾਂ ਲੱਤਾਂ ਨੂੰ ਕ੍ਰਾਸ ਕਰਕੇ ਬੈਠਾਂਗੇ। ਮਨ ਬਿਲਕੁਲ ਸ਼ਾਂਤ, ਚਿੱਤ ਸ਼ਾਂਤ। अपने ही अंदर जाना है, इनर जर्नी। अंदर जान ले, अपने ही श्वास का सहारा लेना है। ध्यान श्वास, ब्रीद इन, ब्रीद आउट। श्वास अंदर, श्वास बाहर। मन शांत। जस्ट फील द लव, उस प्यार ਨੂੰ महसूस करिए।
ध्यान अपने श्वास ते। Just observe it. डगमग डगमग छाडरे मबौरा। निरपाव, निर्वैर, एक अवस्था। फील करिए इस अवस्था नो। जो प्रभु को मिलबो चहे, खोज शब्द में ले। निरपाव, फील करिए उस निरपाव अवस्था नो। State of mind. Just feel it. निरपाव, कोई डर नहीं। निरपाव, ना खुद डरना, ना किसी को डराना। इस लिए तो सानू किरपान रखन की आज्ञा दी गई है, तलवार नहीं। किरपान किरपा नूं धारण कीता है। ध्यान श्वास ते, ना कोई सोच, ना कोई विचार।
Feel the love. एक ओंकार। निर्वैर अवस्था, स्टेट ऑफ माइंड। स्थिरम सुखम आसनम, अडोल अवस्था। ध्यान स्वास्थ्य।
उद्यम करे पलके प्रभाती, इशनान करे अमृतसर नावे। अपने हिरदे दे अमृतसर विच इशनान। अमृत सरोवर च स्नान और अवस्था निर्भाव निर्वैर। Just feel the love. फील करिए उस अडोल अवस्था नो। जिस अवस्था च रह के बंद बंद कटाए जा सकते हैं। सो सतगुरु प्यारा मेरे नाल है, जिथे किथे मैनू लए छड़ाए। निर्भाव मन शांत। ध्यान स्वास्थ्य, ना कोई सोच ना कोई विचार।
जियो डरत है आपना, कैस्यों करी पुकार। निरपव अवस्था, दुख विसारण सेवया, सदा सदा दातार। फील करिए उस प्यार ਨੂੰ, उस लव एनर्जी ਨੂੰ। Last 5 minutes, masters.
Last 10 seconds. 10, 9, 8, 7, 6, 5, 4, 3, 2, 1, 0। धीरे धीरे अपने हाथ पैर थोड़े ਜਿਹੇ ਹਿਲਾਈਏ, ਹੱਥਾਂ ਦੀਆਂ ਉਂਗਲੀਆਂ, ਪੈਰ ਦੀਆਂ ਉਂਗਲੀਆਂ ਧਿਆਨ ਤੋਂ ਬਾਹਰ ਆਉਣ ਦੀ ਤਿਆਰੀ ਕਰੀਏ। ਦੋਨਾਂ ਹੱਥਾਂ ਨੂੰ ਅੱਖ ਦੇ ਉੱਤੇ ਰੱਖੀਏ 5 seconds ਲਈ। और मुस्कुराते हुए, हंसते हुए उस निरभव अवस्था ਨੂੰ, निर्वैर अवस्था, अडोल अवस्था, उसਨੂੰ फील करते हुए, मुस्कुराते हुए धीरे धीरे अखां खोलिए। Thank you for this conversation. Thanks.